ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਾਬਕਾ ਆਈਏਐਸ ਸਰਦਾਰ ਗੁਰਤੇਜ ਸਿੰਘ ਜੀ ਮੌਜੂਦ ਨੇ। ਸਵਾਗਤ ਕਰ ਲੈਂਦੇ ਹਾਂ। ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਸੁਖਵਿੰਦਰ ਜੀ। ਜੀ ਧੰਨਵਾਦ। ਗੱਲਬਾਤ ਦਾ ਵਿਸ਼ਾ ਜੋ ਹੈ ਉਹ ਪੰਥਕ ਸਿਆਸਤ ਨੂੰ ਲੈ ਕੇ ਹੈ। ਜੋ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਂਗਲਾਂ ਉੱਠ ਰਹੀਆਂ ਨੇ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਲਾਰਾ ਤੁਹਾਡੇ ਸਾਡੇ ਸਭ ਦੇ ਸਾਹਮਣੇ ਹੈ। ਵੀਡੀਓਜ਼ ਵਾਇਰਲ ਹੋ ਰਹੀਆਂ, ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ, ਤੂੰ ਮੈਂ ਹੋਰ ਬਹੁਤ ਸਾਰੇ ਅਪਸ਼ਬਦ ਇਹੋ ਜਿਹੇ ਜਿਹੜੇ ਸੁਣੇ ਵੀ ਨਹੀਂ ਜਾਂਦੇ, ਉਹ ਸਾਰੇ ਤੁਹਾਨੂੰ ਉਸ ਵੀਡੀਓ 'ਚ ਸੁਣਾਈ ਦੇਣਗੇ। ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦਾਦੂਵਾਲ ਸਾਹਿਬ ਆਪਣਾ ਪੱਖ ਰੱਖਦੇ ਨੇ। ਦਿੱਲੀ ਵਾਲੀ ਕਮੇਟੀ ਦੇ ਵਿੱਚ ਕੀ ਕੁਝ ਹੁੰਦਾ ਰਿਹਾ, ਜਾਂ ਹਜ਼ੂਰ ਸਾਹਿਬ ਦੀ ਕਮੇਟੀ ਦੇ ਵਿੱਚ ਨਿਯੁਕਤੀਆਂ ਨੂੰ ਲੈ ਕੇ ਪਿੱਛੇ ਜੇ ਸਵਾਲ ਖੜੇ ਹੋਏ ਸੀ, ਇਹ ਸਾਰਾ ਕੁਝ ਆਖਿਰਕਾਰ ਪੰਥਕ ਮਸਲਿਆਂ ਨੂੰ ਕੀ ਜਾਣ ਬੁੱਝ ਕੇ ਉਲਝਾਇਆ ਜਾ ਰਿਹਾ, ਜਾਂ ਫਿਰ ਉਹ ਇਸ ਹੱਦ ਤੱਕ ਉਲਝ ਚੁੱਕੇ ਨੇ ਕਿ ਉਹਦਾ ਕੋਈ ਹੁਣ ਕਿਨਾਰਾ, ਜਾਂ ਕਹਿ ਲਓ ਕਿ ਉਹਦਾ ਕੋਈ ਤਣ ਪੱਤਰ ਨਜ਼ਰ ਨਹੀਂ ਆਉਂਦਾ ਕਿ ਕੌਣ ਜਿਹੜਾ ਆ ਉਹ ਹੁਣ ਇਹਨਾਂ ਮਸਲਿਆਂ ਨੂੰ ਸੁਲਝਾਏਗਾ ਜਾਂ ਇਹਨਾਂ ਮਸਲਿਆਂ ਨੂੰ ਐਡਰੈਸ ਕਰੇਗਾ। ਇਸ ਤੋਂ ਗੱਲਬਾਤ ਸ਼ੁਰੂ ਕਰਦੇ ਆ। ਗੁਰਤੇਜ ਸਿੰਘ ਜੀ, ਤੁਸੀਂ ਵੀ ਇਹਨਾਂ ਮਸਲਿਆਂ ਨੂੰ ਵਾਚ ਰਹੇ ਹੋਣੇ ਕਿ ਆਖਿਰਕਾਰ ਕੀ ਸਮਝਿਆ ਜਾਵੇ ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਉਸ ਹੱਦ ਤੱਕ ਲਾਈ ਜਾ ਰਹੀ ਹੈ ਕਿ ਕਿਸੇ ਦਾ ਯਕੀਨ ਹੀ ਨਾ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਆ। ਸੁਖਵਿੰਦਰ ਜੀ, ਇੱਕ ਤਾਂ ਦੁਸ਼ਮਣ ਦੀਆਂ ਚਾਲਾਂ ਆਉਣਗੀਆਂ, ਉਹ ਆਪਾਂ ਜਾਣਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਫੈਸਲੇ ਹੋਏ ਨੇ, ਜਦੋਂ ਦਾ ਇਹਨਾਂ ਨੇ ਗੱਠਜੋੜ ਕੀਤਾ ਹੈ RSS ਵਗੈਰਾ ਨਾਲ, ਉਦੋਂ ਦੇ ਉਹ ਸਾਰੇ ਸਿੱਖ ਵਿਰੋਧੀ ਫੈਸਲੇ ਹੋਏ ਨੇ। ਚਾਹੇ ਕੈਲੰਡਰ ਦਾ ਫੈਸਲਾ ਲੈ ਲਓ, ਚਾਹੇ ਰੰਗਾਂ ਨੂੰ ਬਦਲਣ ਦਾ ਫੈਸਲਾ ਲੈ ਲਓ, ਨਿਸ਼ਾਨ ਸਾਹਿਬ ਦੇ ਰੰਗਾਂ ਨੂੰ, ਲੰਗਰ ਦੀ ਪ੍ਰਥਾ ਦੇ ਵਿੱਚ ਜਿਹੜੀਆਂ ਚੇਂਜਸ ਆਈਆਂ ਨੇ, ਹੋਰ ਸਾਰੇ ਜਿੰਨੇ ਵੀ ਫੈਸਲੇ ਹੋਏ ਨੇ ਉਹ ਸਾਰੇ ਸਿੱਖ ਵਿਰੋਧੀ ਫੈਸਲੇ ਹੋਏ ਨੇ। ਇੱਕ ਤਾਂ ਇਹ ਗੱਲ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜੇ ਸਿੱਖ ਆਪਣੇ ਆਪ ਨੂੰ ਸਮਝਦੇ ਨੇ, ਉਹ ਲੋਕ ਸਿੱਖੀ ਤੇ ਗਿਆਨ ਤੋਂ ਕੋਰੇ ਆਣਗੇ। ਇਸ ਦੀ ਬਾਰ-ਬਾਰ ਸਾਨੂੰ ਘਾਟ ਮਹਿਸੂਸ ਹੁੰਦੀ ਹੈ ਕਿ ਇਹ ਲੋਕ, ਦੇਖੋ, ਗੁਰੂ ਤਾਂ ਪ੍ਰੇਮ ਦਾ ਰੂਪ ਹੈ, ਔਰ ਇਹ ਲੋਕ ਇੱਕ ਦੂਸਰੇ ਨੂੰ ਗਾਲਾਂ ਕੱਢਣ ਤੇ ਔਰ ਛੇਕਣ ਤੇ ਔਰ ਫੂਕਣ ਤੇ ਆ ਜਾਂਦੇ ਨੇ, ਤਾਂ ਇਹਨਾਂ ਦੇ ਵਿੱਚ ਕਮੀ ਜ਼ਾਹਰ ਹੈ। ਤੀਸਰੀ ਗੱਲ ਜਿਹੜੀ ਹੈਗੀ ਕਿ ਸਾਡੀ ਲੀਡਰਸ਼ਿਪ ਦੇ ਵਿੱਚ ਇੱਕ ਕਮੀ ਹੈ। ਸਾਡੀ ਲੀਡਰਸ਼ਿਪ ਜਿਹੜੀ ਸਮੇਂ ਨੇ ਸਥਾਪਿਤ ਕਰਤੀ, ਜਾਂ ਅਸੀਂ ਆਪਣੀ ਮੂਰਖਤਾ ਦੇ ਨਾਲ ਆਪਣੇ ਲੀਡਰ ਜਿਨ੍ਹਾਂ ਨੂੰ ਲੋਕਾਂ ਨੂੰ ਬਣਾ ਲਿਆ, ਉਹ ਲੋਕ ਸਿੱਖੀ ਤੋਂ ਬਿਲਕੁਲ ਕੋਰੇ ਹਨਗੇ ਤੇ ਉਹ ਇਹ ਸਾਰੀ ਸੰਸਥਾਵਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ, ਆਪਣੇ ਹੱਥ ਦੇ ਵਿੱਚ ਰੱਖਣਾ ਚਾਹੁੰਦੇ ਨੇ। ਆਪਣੀ ਮੁਲਕਗੀਰੀ ਦਾ ਉਹਨਾਂ ਨੇ ਇੱਕ ਸਾਧਨ ਬਣਾਇਆ ਹੋਇਆ, ਔਰ ਉਹ ਇਸ ਦੇ ਵਿੱਚੋਂ ਫਾਇਦਾ ਉਠਾਉਣਾ ਚਾਹੁੰਦੇ ਨੇ। ਹਰ ਕਿਸਮ ਦਾ ਲੋਭ ਲਾਲਚ ਉਹਨਾਂ ਨੂੰ ਇਸ ਦੇ ਵਿੱਚੋਂ ਪੂਰਾ ਹੁੰਦਾ ਦਿਸਦਾ ਹੈ। ਤਾਂ ਇਹ ਹਨਗੇ ਕਾਰਨ ਜਿਨ੍ਹਾਂ ਕਰਕੇ ਅਸੀਂ ਮਾਰ ਖਾ ਰਹੇ ਹਾਂ। ਲੇਕਿਨ ਸਭ ਤੋਂ ਵੱਧ ਮਾਰ ਅਸੀਂ ਇਸ ਵਾਸਤੇ ਖਾ ਰਹੇ ਹਾਂ ਕਿ ਸਾਨੂੰ ਸਿੱਖੀ ਦੀ ਅਸਲ ਅਸੂਲਾਂ ਦਾ ਪਤਾ ਨਹੀਂ, ਔਰ ਸੰਗਤ ਵੀ ਇੰਨੀ ਅਵੇਸਲੀ ਹੋ ਗਈ ਆ, ਇੰਨਾ ਕੁਛ ਪਿਛਲੇ ਸਮਿਆਂ ਦੇ ਵਿੱਚ ਭੁਲਾ ਚੁੱਕੀ ਹੈ ਕਿ ਉਹਨੂੰ ਦੁਬਾਰੇ ਸਾਰਿਆਂ ਨੂੰ ਸਾਰਾ ਕੁਝ ਦੱਸਣ ਦੀ ਲੋੜ ਹੈ। ਚੰਦ ਸਾਡੇ ਕੋਲੇ ਲੋਕ ਹਨਗੇ ਜਿਨ੍ਹਾਂ ਨੂੰ ਪ੍ਰਚਾਰਕ ਆਪਾਂ ਕਹਿੰਦੇ ਹਾਂ, ਚੰਦ ਲੋਕ ਹਨਗੇ ਹੱਥ ਦੀਆਂ ਉਂਗਲਾਂ ਤੇ ਗਿਣੇ ਜਾਣ ਜੋਗੇ, ਜਿਹੜੇ ਕਿ ਅਸਲ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਔਰ ਉਹਨਾਂ ਦਾ ਵਿਰੋਧ RSS ਦੇ ਅਸਰ ਦੇ ਅਧੀਨ, ਸਰਕਾਰ ਦੇ ਅਸਰ ਦੇ ਅਧੀਨ, ਆਪਣੇ ਲੀਡਰ ਜਿਹੜੇ ਕਿ ਸਰਕਾਰ ਨੂੰ ਖੁਸ਼ ਰੱਖਣਾ ਚਾਹੁੰਦੇ ਨੇ, ਉਹਨਾਂ ਦੇ ਅਸਰ ਦੇ ਅਧੀਨ ਉਹਨਾਂ ਦਾ ਬੜਾ ਕਰੜਾ ਵਿਰੋਧ ਹੋ ਰਿਹਾ ਹੈ। ਔਰ ਉਹ ਖਾਮ-ਖਾ ਦਾ, ਯਾਨੀ ਕਿ ਗੁੰਡਾਗਰਦੀ ਦੀ ਹੱਦ ਤੱਕ ਜਾ ਕੇ ਵਿਰੋਧ ਹੋ ਰਿਹਾ ਹੈ। ਇਸ ਕਰਕੇ ਅਸੀਂ ਮਾਰ ਖਾ ਰਹੇ ਹਾਂ। ਹੁਣ ਇਹ ਸਾਰੀਆਂ ਗੱਲਾਂ ਨੂੰ ਇਹ ਨਹੀਂ ਹੁੰਦਾ ਕਦੇ ਵੀ ਕਿ ਕੋਈ ਐਸਾ ਮਸਲਾ ਆ ਜਾਏ ਜਿਸ ਦਾ ਹੱਲ ਹੀ ਕੋਈ ਨਾ ਹੋਵੇ। ਸਾਡੇ ਕੋਲੇ ਸਿਆਸੀ ਤੌਰ ਤੇ ਤਾਂ ਸਿਆਸੀ ਆਦਮੀ ਕੋਲ ਤਾਂ ਹਰ ਮਸਲੇ ਦਾ ਹੱਲ ਹੁੰਦਾ ਹੈ। ਆਦੀ ਹੋਈ ਸਿਆਸਤ ਜੇ ਉਹਦੇ ਕੋਲ ਕੋਈ ਕਿਸੇ ਮਸਲੇ ਦਾ ਹੱਲ ਹੀ ਨਾ ਹੋਵੇ, ਜਿਹੜਾ ਵੀ ਮਸਲਾ ਉੱਭਰਦਾ ਹੈ ਉਹ ਹੱਲ ਕਰਨ ਯੋਗ ਹੁੰਦਾ ਹੈ, ਤਾਂਹੀਓ ਉੱਭਰਦਾ ਹੈ। ਨਹੀਂ ਤਾਂ ਪ੍ਰਮਾਤਮਾ ਇਹੋ ਜਿਹੇ ਮਸਲੇ ਕਾਹਨੂੰ ਲੋਕਾਂ ਦੇ ਸਾਹਮਣੇ ਰੱਖੇ ਜਿਨ੍ਹਾਂ ਨੂੰ ਹੱਲ ਹੀ ਨਹੀਂ ਕੀਤਾ ਜਾ ਸਕਦਾ। ਫਿਰ ਤਾਂ ਕਬਰ 'ਚ ਪੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿੰਦਾ। ਸੋ ਮਸਲਾ ਹੱਲ ਹੋ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਸੰਗਤਾਂ ਨੂੰ ਇਹ ਵਿਚਾਰਨਾ ਪਊਗਾ ਕਿ ਜਿਹੜਾ ਕੁਝ ਸਾਨੂੰ ਫੀਡ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਅਸੀਂ ਵਧੀਆ ਪ੍ਰਚਾਰਕ ਸਮਝਦੇ ਹਾਂ, ਉਹ ਸਾਰਾ ਕੁਝ ਗਲਤ ਹੈ, ਉਹ ਸਿੱਖੀ ਦੇ ਬਰਖਲਾਫ ਹੈ। ਔਰ ਜਿਹੜੇ ਚੰਦ ਲੋਕ
ਮਾਝੀ ਵਰਗੇ, ਧੁੰਦੇ ਵਰਗੇ, ਭਾਈ ਪੰਥਪ੍ਰੀਤ ਵਰਗੇ ਜਿਹੜੇ ਲੋਕ ਅਸਲ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਉਹਨਾਂ ਵੱਲ ਧਿਆਨ ਦੇਣਾ ਪਊਗਾ। ਫਿਰ ਉਹਨਾਂ ਦੀ ਰੀਜ਼ਨਿੰਗ ਸਮਝਣੀ ਪਊਗੀ, ਕਿਉਂਕਿ ਗੁਰੂ ਦਾ ਹੁਕਮ ਹੈ ਕਿ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ। ਅਕਲ ਤੋਂ ਬਿਨਾਂ ਪਰਮਾਤਮਾ ਦੀ ਸੇਵਾ ਨਹੀਂ ਹੋ ਸਕਦੀ, ਸਿੱਖੀ ਦੀ ਸੇਵਾ ਨਹੀਂ ਹੋ ਸਕਦੀ, ਅਕਾਲ ਪੁਰਖ ਦੀ ਸੇਵਾ ਨਹੀਂ ਹੋ ਸਕਦੀ। ਔਰ ਅਕਲ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਤੁਸੀਂ ਆਪਣੇ ਆਪ ਨੂੰ ਸਿੱਖ ਨਹੀਂ ਅਖਵਾ ਸਕਦੇ। ਜੇ ਇਸ ਆਪਣੀ ਅਪਰ ਸਟੂਡੈਂਟ ਨੂੰ ਤੁਸੀਂ ਵਰਤਣਾ ਨਹੀਂ ਤਾਂ ਸਿੱਖ ਨਹੀਂ ਅਖਵਾ ਸਕਦੇ। ਤਾਂ ਇਹ ਬਿਲਕੁਲ ਜਿਹੜਾ ਇਹ ਬ੍ਰਹਮ ਗਿਆਨੀ ਦਾ ਸੰਕਲਪ ਲੈ ਕੇ ਤੁਰੇ ਰਹਿੰਦੇ ਨੇ, ਇਹ ਸਾਰਾ ਕੁਝ ਗਲਤ ਹੈ। ਔਰ ਇਸ ਦੇ ਨਾਲ ਸਿੱਖੀ ਦੇ ਵਿੱਚ ਡਿਸਟੋਰਸ਼ਨ ਆ ਰਹੇ ਨੇ। ਹੁਣ ਗੁਰੂ ਦਾ ਹੁਕਮ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਗਾਓ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਇਸ ਦੀ ਬਾਣੀ ਅਸੀਂ ਗਾਉਣੀ ਹੈ। ਤੇ ਜੇ ਅਸੀਂ ਵਿੱਚ ਹੋਰ ਕੁਝ ਲੈ ਕੇ ਤੁਰੇ ਫਿਰਾਂਗੇ, ਕਦੇ ਕੱਚੀਆਂ ਧਾਰਨਾਵਾਂ, ਜਿਵੇਂ ਹੁਣ ਇੱਥੇ ਹਰਿਆਣੇ ਦੇ ਵਿੱਚ ਇਸ ਦਾ ਮਸਲਾ ਉੱਠਿਆ, ਕਮੇਟੀ ਦੇ ਵਿੱਚ ਰੌਲਾ ਪਿਆ, ਔਰ ਜੋ ਗਾਲੀ ਗਲੋਚ ਹੋਇਆ ਇਸ ਦੇ ਆਧਾਰ ਦੇ ਉੱਤੇ ਹੋਇਆ। ਤੇ ਜੇ ਅਸੀਂ ਕੱਚੀ ਬਾਣੀ ਪੜਾਂਗੇ, ਜੇ ਅਸੀਂ ਨਕਲੀ ਗ੍ਰੰਥਾਂ ਨੂੰ ਆਪਣਾ ਗੁਰੂ ਸਮਝੀ ਜਾਵਾਂਗੇ, ਤਾਂ ਫਿਰ ਅਸੀਂ ਔਜੜ ਪਏ ਹੋਏ ਹਾਂ। ਨਾ ਕੋਈ ਸਿੱਖੀ ਦਾ ਮਕਸਦ ਹੈ, ਨਾ ਕੋਈ ਸਿੱਖੀ ਸੰਸਾਰ ਦਾ ਸਵਾਰ ਸਕਦੀ ਹੈ। ਸਾਨੂੰ ਆਪਣੇ ਆਪ ਨੂੰ ਰੀਓਰੀਐਂਟ ਕਰਨਾ ਪਏਗਾ। ਔਰ ਜਿਹੜੇ ਪ੍ਰਚਾਰਕ ਅਸਲ ਗੱਲ ਕਹਿ ਰਹੇ ਨੇ, ਉਹਨਾਂ ਵੱਲ ਧਿਆਨ ਕਰਨਾ ਪਏਗਾ। ਗੁਰੂ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਦਾ ਫਰਮਾਨ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤਾਂ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਕੱਚੀ ਬਾਣੀ ਦੇ ਨੇੜੇ ਨਾ ਜਾਓ। ਕੱਚੀ ਬਾਣੀ ਇਹ ਦੋ ਆਪਣੀਆਂ ਪੌੜੀਆਂ ਹਨਗੀਆਂ ਆਨੰਦ ਸਾਹਿਬ ਦੀਆਂ, ਜਿਹੜੀਆਂ ਅਸੀਂ ਰੋਜ਼ ਪੜ੍ਹਦੇ ਹਾਂ। ਤੇ ਪਤਾ ਨਹੀਂ ਕਿਉਂ ਅਸੀਂ ਕਿਸੇ ਚੀਜ਼ ਨੂੰ ਵੀ, ਯਾਨੀ ਪੁੱਠੇ ਘੜੇ ਦੇ ਉੱਤੇ ਜਿਵੇਂ ਬਾਰਿਸ਼ ਪੈ ਰਹੀ ਆ, ਉਹ ਹਾਲ ਹੋ ਰਿਹਾ ਸਾਡਾ। ਤੋ ਇਹ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਪਏਗਾ, ਫਿਰ ਸਾਡੇ ਲੀਡਰ ਸੁਧਰਨਗੇ। ਕਿਉਂਕਿ ਉਹ ਸਮਝਦੇ ਇਹਨਾਂ ਨੂੰ ਪਤਾ ਨਹੀਂ, ਤੇ ਜੋ ਮਰਜ਼ੀ ਇਹਨਾਂ ਦੇ ਨਾਲ ਕਰੀ ਜਾਓ, ਤੇ ਆਪਣੇ ਉੱਲੂ ਸਿੱਧੇ ਰੱਖੋ, ਤੇ ਜੋ ਨੁਕਸਾਨ ਹੁੰਦਾ ਸਿੱਖੀ ਦਾ ਹੁੰਦਾ ਰਹੇ। ਇਹ ਸਾਰਾ ਕੁਝ ਕਰਨਾ ਪਏਗਾ, ਤਾਂ ਆਪਾਂ ਆਪਣੇ ਪੈਰਾਂ ਤੇ ਖੜੇ ਹੋਵਾਂਗੇ। ਪਰ ਸਰਦਾਰ ਸਾਹਿਬ, ਤੁਸੀਂ ਧੁੰਦਾ ਸਾਹਿਬ ਦਾ ਨਾਮ ਲਿਆ, ਅਕਸਰ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ, ਤੇ ਪਿੱਛੇ ਜੇ ਕਿਸੇ ਵਿਦੇਸ਼ ਦੇ ਗੁਰੂ ਘਰ ਵਿੱਚ ਗਏ ਸੀ, ਉੱਥੇ ਵੀ ਕਾਫੀ ਤੂੰ ਮੈਂ ਹੋਈ। ਲਗਾਤਾਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਵੀ ਕੀਤਾ ਜਾਂਦਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਵੀ ਜ਼ਿਕਰ ਉਸੇ ਲਾਈਨ ਦੇ ਵਿੱਚ ਕੀਤਾ ਜਾਂਦਾ, ਹਰਨੇਕ ਸਿੰਘ ਨੇਕੀ ਦਾ ਵੀ ਉਸੇ ਲਾਈਨ ਵਿੱਚ ਕੀਤਾ ਜਾਂਦਾ। ਪਰ ਇੱਕ ਤਾਂ ਇਹ ਧਿਰਾਂ ਨੇ, ਦੂਜੀਆਂ ਉਹ ਧਿਰਾਂ ਨੇ ਜਿਹੜੀਆਂ ਕੀ ਅਸੀਂ ਉਹਨਾਂ ਨੂੰ ਪੰਥ ਪ੍ਰਵਾਨਿਤ ਮੰਨੀਏ, ਜਾਂ ਉਹ ਨਜ਼ਰ ਆਉਂਦੀਆਂ ਨੇ ਕਿ ਉਹ ਪੰਥ ਪ੍ਰਵਾਨਿਤ ਨੇ, ਭਾਵੇਂ ਉਹ ਟਕਸਾਲ ਵਾਲੇ ਹੋਣ ਜਾਂ ਫਿਰ ਹੋਰ ਜਿੰਨੀਆਂ ਧਿਰਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਿਆ ਸੰਤ ਸਮਾਜ ਹੋਵੇ, ਜਾਂ ਸ਼੍ਰੋਮਣੀ ਕਮੇਟੀ ਆਪ ਹੋਵੇ, ਜਾਂ ਅਕਾਲੀ ਦਲ ਦੇ ਨਾਲ ਜੁੜਿਆ ਸੰਤ ਸਮਾਜ ਹੋਵੇ, ਜਾਂ ਅਕਾਲੀ ਦਲ ਆਪ ਉਹਨਾਂ ਦੇ ਡੇਰਿਆਂ ਦੇ ਵਿੱਚ ਜਾਂਦਾ ਹੋਵੇ, ਤਾਂ ਇਹ ਫਿਰ ਵੱਖੋ ਵੱਖਰੀਆਂ ਸੁਰਾਂ ਨਜ਼ਰ ਆਉਂਦੀਆਂ ਨੇ। ਉਹਦੇ ਵਿੱਚੋਂ ਇੱਕ, ਜਿਵੇਂ ਕਹਿ ਲਓ ਕਿ ਇੱਕ ਧਿਰ ਵੱਡੀ ਨਜ਼ਰ ਆਉਂਦੀ ਹੈ ਜਿਹਨੂੰ ਪ੍ਰਵਾਨਿਤ ਕਹਿ ਦਿੱਤਾ ਜਾਂਦਾ ਆ, ਇੱਕ ਧਿਰ ਉਹ ਨਜ਼ਰ ਆਉਂਦੀ ਹੈ ਧੁੰਦਾ ਜਾਂ ਢੱਡਰੀਆਂ ਵਾਲਿਆਂ ਦੀ, ਜਿਨ੍ਹਾਂ ਨੂੰ ਲੈ ਕੇ ਅਕਸਰ ਵਿਵਾਦ ਖੜਿਆ ਰਹਿੰਦਾ ਕਿ ਉਹ ਸਿਲੈਕਟਿਵ ਮਸਲਿਆਂ ਦੇ ਉੱਤੇ ਗੱਲ ਕਰਦੇ ਨੇ। ਓਵਰਆਲ ਜਦੋਂ ਪੰਥਕ ਮਸਲੇ ਜਾਂ ਪੰਜਾਬ ਦੇ ਮਸਲਿਆਂ ਦੀ ਗੱਲ ਤੁਰਦੀ ਹੈ, ਤਾਂ ਉੱਥੇ ਉਹ ਚੁੱਪ ਕਰ ਜਾਂਦੇ ਨੇ। ਜਦੋਂ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਗੱਲ ਹੁੰਦੀ ਹੈ, ਤਾਂ ਉੱਥੇ ਉਹਨਾਂ ਦੀ ਜਿਹੜੀ ਚੁੱਪ ਆ, ਬਹੁਤ ਸਾਰੇ ਕਈ ਥਾਂ ਦੇ ਉੱਤੇ ਉਹ ਬਹੁਤ ਸਾਰੇ ਸਵਾਲ ਖੜੇ ਕਰ ਦਿੰਦੀ ਹੈ। ਇਹ ਗੱਲ ਤੁਹਾਡੀ ਠੀਕ ਹੈ। ਉਹ ਸਮਝਦੇ ਨੇ ਕਿ ਅਸੀਂ ਪੰਥ ਦਾ, ਗੁਰੂ ਦਾ ਪ੍ਰਚਾਰ ਕਰਨਾ, ਨਾ ਕਿ ਕਿਸੇ ਸਿਆਸਤ ਦੇ ਵਿੱਚ ਪੈਣਾ। ਇਹ ਉਹਨਾਂ ਦੀ ਗਲਤੀ ਹੈ। ਵੈਸੇ ਇਹ ਸਿਆਸਤ ਦੇ ਵਿੱਚ, ਸਿਆਸਤ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਜੇ ਤੁਸੀਂ ਸਿਆਸਤ ਤੋਂ ਨਿਰਪੱਖ ਹੋ ਕੇ ਭਗਤੀ ਕਰਨਾ ਚਾਹੋਗੇ, ਤਾਂ ਫਿਰ ਜੋਗੀ ਬਣ ਜਾਓ, ਤੇ ਖੰਦਰਾਂ ਦੇ ਵਿੱਚ ਚਲੇ ਜਾਓ, ਤੇ ਪਹਾੜਾਂ ਦੇ ਉੱਤੇ, ਜਿੱਥੇ ਗੁਰੂ ਸਾਹਿਬ ਨੇ ਜਾ ਕੇ ਜੋਗੀ ਨੂੰ ਆਖਿਆ ਸੀਗਾ ਕਿ ਜੀ ਇਹ ਤੁਸੀਂ ਕੀ ਗੱਲਾਂ ਕਰਦੇ ਹੋ। ਉਹਨਾਂ ਨੇ ਕਿਹਾ ਕਿ ਮਾਤ ਲੋਕ ਵਿੱਚ ਕਿਆ ਵਰਤਾਰਾ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਤੁਸੀਂ ਤਾਂ ਮਾਤ ਲੋਕ ਨੂੰ ਛੱਡ ਕੇ ਆ ਗਏ, ਤੁਹਾਨੂੰ ਕੀ ਪਰਵਾਹ ਹੈ। ਤੁਸੀਂ ਆਪਣੇ ਇੱਕ ਕੰਦ ਮੂਲ ਖਾਈ ਜਾਓ ਤੇ ਐਸ਼ ਕਰੀ ਜਾਓ, ਤੇ ਲੋਕਾਂ ਨੂੰ ਜਿਵੇਂ ਮਰਦੇ ਨੂੰ ਮਰਨ ਦਿਓ। ਇਹ ਉਹਨਾਂ ਦੀ, ਇਹ ਥੋੜੀ ਜਿਹੀ ਇਹਨਾਂ ਦੀ ਗਲਤੀ ਹੈ। ਹਰਨੇਕ ਸਿੰਘ ਨੇਕੀ ਨੂੰ ਮੈਂ ਇਸ ਦੇ ਵਿੱਚ ਨਹੀਂ ਸਮਝਦਾ। ਇਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਪ੍ਰਚਾਰ ਕਰਦੇ ਨੇ, ਉਹ ਕੁਛ ਬਹੁਤ ਜ਼ਿਆਦਾ ਤਾਵਲਾ ਤੇ ਉਲਾਰ ਆਦਮੀ ਹੈ। ਉਹਨਾਂ ਨੂੰ ਨਹੀਂ ਮੈਂ ਉਹ ਇਸ ਦੇ ਵਿੱਚ ਗਿਣ ਸਕਦਾ। ਲੇਕਿਨ ਬਾਕੀ ਦੇ ਜਿੰਨੇ ਤੁਸੀਂ ਨਾਂ ਲਏ ਨੇ, ਇਹ ਬੰਦੇ ਠੀਕ ਹਨਗੇ।
ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਅਕਲ ਦੀ ਕਸਵੱਟੀ ਲਾਉਂਦੇ ਹੋ, ਜੋ ਤੁਹਾਨੂੰ ਗੁਰੂ ਦਾ ਹੁਕਮ ਹੈ, ਤੁਹਾਡੀ ਕੋਈ ਚੁਆਇਸ ਨਹੀਂ ਹੈ ਇਹਦੇ ਵਿੱਚ ਕਿ ਅਸੀਂ ਅੰਧ ਵਿਸ਼ਵਾਸ ਮੰਨਣਾ ਹੈ ਕਿ ਅਸੀਂ ਗੁਰੂ ਦਾ ਹੁਕਮ ਮੰਨਣਾ। ਗੁਰੂ ਦਾ ਹੁਕਮ ਮੰਨੇ ਬਿਨਾ ਤੁਹਾਡੀ ਸਿੱਖੀ ਕਾਹਦੀ ਹੈ? ਸਿੱਖੀ ਦਾ ਗੁਰੂ ਦਾ ਹੁਕਮ ਮੰਨਣਾ ਹੈ। ਔਰ ਇਸ ਹੁਕਮ ਨੂੰ ਜੇ ਉਹ ਹੁਕਮ ਉਸ ਦਾ ਲਾਇਆ ਹੋਇਆ ਹੈ ਕਿ ਹੁਣ ਜੇ ਗੁਰੂ ਕਹਿੰਦਾ ਹੈ ਕਿ ਸਤਿਗੁਰੂ ਜਿਹੜਾ ਅੰਮ੍ਰਿਤਸਰ ਹੈ, ਇਸ ਦੇ ਵਿੱਚ ਇਸ਼ਨਾਨ ਕਰੋ, ਉਹ ਵੀ ਇਹੀ ਗੱਲ ਕਹਿ ਰਹੇ ਆ, ਤਾਂ ਇਹਦੇ ਵਿੱਚ ਇਤਰਾਜ਼ ਕਿਹੜਾ ਹੈ? ਕਿ ਸਤਿਗੁਰ ਜਿਹੜਾ ਹੈਗਾ ਇਹੀ ਅੰਮ੍ਰਿਤਸਰ ਹੈ ਸਾਡਾ, ਇਸੇ ਦੇ ਵਿੱਚ ਅਸੀਂ ਇਸ਼ਨਾਨ ਕਰਨਾ ਹੈ। ਤੇ ਜੇ ਤੁਸੀਂ ਤਨ ਦਾ ਇਸ਼ਨਾਨ ਕਰਨਾ ਹੈ, ਤੁਸੀਂ ਉਹ ਜਾ ਕੇ ਕਰਦੇ ਹੋ ਸਰੋਵਰ ਦੇ ਵਿੱਚ, ਉਹ ਵੀ ਮੁਬਾਰਕ ਹੈ, ਉਹਦੇ ਵਿੱਚ ਕੋਈ ਕਿਸੇ ਨੂੰ ਇਤਰਾਜ਼ ਨਹੀਂ। ਲੇਕਿਨ ਉਸ ਨੂੰ ਤੁਸੀਂ ਆਪਣਾ ਟੀਚਾ ਨਹੀਂ ਸਮਝਣਾ। ਜੇ ਸਿੱਖੀ ਕਮਾਉਣੀ ਹੈ ਤਾਂ ਮਨ ਨੂੰ ਸਾਫ਼ ਕਰਨਾ ਪਏਗਾ, ਗੁਰੂ ਅਕਾਲ ਪੁਰਖ ਦੇ ਵਿੱਚ ਡੁਬਕੀ ਲਾਉਣੀ ਪਏਗੀ, ਉਸ ਦਾ ਮਤ ਮੰਨਣਾ ਪਏਗਾ, ਉਸ ਦੇ ਅਨੁਸਾਰ ਸੰਸਾਰ ਦੇ ਉੱਤੇ ਚੱਲਣਾ ਪਏਗਾ। ਇਹ ਤਾਂ ਗੱਲਾਂ ਸਪਸ਼ਟ ਹੋਣਗੀਆਂ। ਲੇਕਿਨ ਸੌਖਾ ਤਰੀਕਾ ਹੁੰਦਾ ਕਿ ਸਾਧ ਨੂੰ ਮੱਥਾ ਟੇਕ ਦਿਓ, ਉਹ ਕਹਿੰਦਾ ਬੱਚਾ ਬਸ ਤੇਰਾ ਦਾ ਹੁਣ ਕਲਿਆਣ ਹੋ ਜਾਊਗਾ, ਮੈਂ ਯੋਗ ਜਿੰਨਾ ਵੀ ਉਹ ਉਸ ਦਾ ਮਤਲਬ ਬਣਦਾ ਹਿੱਸਾ ਜਾਂ ਜੋ ਸਮਝਦਾ ਵੀ ਉਹ ਉਸ ਦੇ ਨਾਲ ਸਤਿਕਾਰ ਹੁੰਦਾ, ਉਸ ਦਾ 500 1000 200 1100 ਜੋ ਵੀ ਹੈ, ਉਹਨੂੰ ਤੁਸੀਂ ਮੱਥਾ ਟੇਕਦੇ ਹੋ। ਤਾਂ ਇਸ ਕਰਕੇ ਇਹ ਡੇਰੇ ਫੈਲ ਰਹੇ ਨੇ। ਡੇਰਿਆਂ ਦਾ ਮਕਸਦ ਹੈਗਾ ਕਿ ਤੁਸੀਂ ਆਪਣਾ ਇੱਕ ਜਗੀਰ ਬਣਾ ਲਓ, ਇੱਕ ਬਿਜ਼ਨਸ ਬਣ ਜਾਂਦੀ ਹੈ। ਜਿਸ ਤਰ੍ਹਾਂ ਕਿ ਬਹੁਤ ਸਾਰੇ ਡੇਰੇ ਆਪਣੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਕਈਆਂ ਦੇ ਡੇਰੇ ਬਣੇ ਹੋਏ ਨੇ, ਈਸਾਈਆਂ ਦੇ ਹੁਣ ਨਵੇਂ ਬਣ ਰਹੇ ਨੇ। ਸੋ ਇਹ ਸਾਰੇ ਜਿਹੜੇ ਡੇਰੇ ਹਨਗੇ, ਇਹਨਾਂ ਦਾ ਮਕਸਦ ਹੋਰ ਕੋਈ ਨਹੀਂ। ਇਹਨਾਂ ਦਾ ਮਕਸਦ ਸਿਰਫ ਆਪਣੀ ਜਿਹੜਾ ਧੜਾ ਹੈ ਉਸ ਨੂੰ ਪਾਲਣਾ ਹੈ, ਤੇ ਉਸ ਨੂੰ ਤੁਸੀਂ ਇੰਨਾ ਕੁ ਅੰਧ ਵਿਸ਼ਵਾਸ ਦੇ ਵਿੱਚ ਰੱਖਣਾ ਹੈ ਕਿ ਉਹ ਤੁਹਾਨੂੰ ਮੰਨਦੇ ਰਹਿਣ, ਤੁਹਾਡੀ ਮਾਨਤਾ ਕਾਇਮ ਰਵੇ। ਤੇ ਗੁਰੂ ਜਾਏ ਜਿੱਧਰ ਜਾਂਦਾ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ, ਸਿੱਖੀ ਜਾਏ ਜਿੱਧਰ ਜਾਂਦੀ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ। ਲੇਕਿਨ ਜੇ ਸਿੱਖੀ ਨੂੰ ਲੀਹਾਂ ਤੇ ਲਿਆਉਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਚੱਲਣਾ ਪਵੇਗਾ। ਇਸ ਤੋਂ ਇਲਾਵਾ ਕੋਈ ਚਾਰਾ ਨਹੀਂ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡਣਾ ਚਾਹੁੰਦੇ ਹੋ, ਸਿੱਖੀ ਨੂੰ ਛੱਡਣਾ ਚਾਹੁੰਦੇ, ਛੱਡ ਦਿਓ ਨਾ ਸਹੀ, ਗੁਰੂ ਤੁਹਾਡੇ ਉੱਤੇ ਡਿਪੈਂਡੈਂਟ ਨਹੀਂ। ਬਥੇਰੀ ਦੁਨੀਆ ਆ ਜਾਏਗੀ ਜਿਹੜੀ ਕਿ ਗੁਰੂ ਗ੍ਰੰਥ ਨੂੰ ਗਲ ਲਾਏਗੀ ਔਰ ਗੁਰੂ ਗ੍ਰੰਥ ਨੂੰ ਸਿਰ ਦੇ ਉੱਤੇ ਰੱਖੇਗੀ ਔਰ ਇਸ ਦੀ ਮੱਤ ਦੇ ਅਨੁਸਾਰ ਚੱਲੇਗੀ। ਇਹ ਸਿਰਫ ਪੰਜਾਬ ਦੇ ਲੋਕਾਂ ਦੇ ਉੱਤੇ ਜਾਂ ਕੁਝ ਲੋਕਾਂ ਦੇ ਉੱਤੇ, ਚੰਦ ਲੋਕਾਂ ਦੇ ਉੱਤੇ ਇਹ ਨਿਰਭਰ ਨਹੀਂ ਹੈ। ਡੇਰੇਦਾਰਾਂ ਦੇ ਉੱਤੇ ਸਿੱਖੀ ਹੈ ਜਿਹੜੀ, ਸਿੱਖੀ ਦਾ ਇਤਿਹਾਸ ਹੈ 500 550 ਸਾਲ ਦਾ, ਔਰ ਉਸ ਇਤਿਹਾਸ ਦੇ ਵਿੱਚ ਅਸੀਂ ਐਸੇ ਪੂਰਨੇ ਪਾਏ ਨੇ ਸਾਡੇ ਪੁਰਖਾਂ ਨੇ ਕਿ ਉਹ ਆਪਣੇ ਆਪ ਦੇ ਵਿੱਚ ਸਿੱਖੀ ਨੂੰ ਇੱਕ ਹੁਲਾਰਾ ਦੇਣ ਵਾਸਤੇ ਕਾਫੀ ਹਨਗੇ। ਸੋ ਅਸੀਂ ਇਹਨਾਂ ਦੇ ਜਿਹੜੇ ਇਹ ਤੁਹਾਡੇ ਆਣਗੇ ਡੇਰੇਦਾਰ ਤੇ ਇਹ ਟਕਸਾਲ ਵਧੀਆ ਸੀ ਸੰਤ ਜਰਨੈਲ ਸਿੰਘ ਦੇ ਵੇਲੇ, ਉਹਨਾਂ ਨੇ ਭਰਪੂਰ ਯੋਗਦਾਨ ਪਾਇਆ ਆਪਣਾ। ਹਾਲਾਂਕਿ ਉਹ ਵੀ ਕਹਿੰਦੇ ਸੀ ਕਿ ਮੈਂ ਸਿਆਸਤ ਦੇ ਵਿੱਚ ਨਹੀਂ, ਲੇਕਿਨ ਉਹਨਾਂ ਨੇ ਸਿਆਸੀ ਪੱਖ ਦੇ ਵਿੱਚ ਭਰਪੂਰ ਯੋਗਦਾਨ ਪਾਇਆ। ਉਹਨਾਂ ਨੇ ਕਿਹਾ ਕਿ ਜੋ ਅਕਾਲੀ ਦਲ ਦੇ ਅਕੀਦੇ ਹਨਗੇ, ਜੋ ਇਹਨਾਂ ਦੀ ਅਨੰਦਪੁਰ ਸਾਹਿਬ ਦੀ ਰੈਜ਼ੋਲੂਸ਼ਨ ਹੈ, ਮੈਂ ਇਸ ਦੇ ਨਾਲ ਸਹਿਮਤ ਹਾਂ। ਹੁਣ ਇਹ ਜਿਹੜੇ ਸਾਡੇ ਪ੍ਰਚਾਰਕ ਹਨਗੇ, ਇਹ ਕਿਉਂਕਿ ਇਹਨਾਂ ਦਾ ਮੈਸ ਬੇਸ ਹੈ ਨਹੀਂ ਉਸ ਤਰ੍ਹਾਂ ਨਾਲ ਜਿਸ ਤਰ੍ਹਾਂ ਕਿ ਦੂਸਰਿਆਂ ਦਾ ਹੈ। ਦੂਸਰਿਆਂ ਦਾ ਕਿਉਂ ਹੈ? ਕਿਉਂਕਿ ਉਹ ਲੀਡਰਾਂ ਨੂੰ ਕਬੂਲ ਹਨਗੇ, ਉਹ ਲੀਡਰਾਂ ਵਾਸਤੇ ਵੋਟ। ਹੁਣ ਤੁਸੀਂ ਦੇਖਿਆ ਸੀਗਾ ਕਿ ਟਕਸਾਲ ਨੇ ਇੱਕ ਅਪੀਲ ਕੀਤੀ ਸੀ ਕਿ ਸਾਰੇ ਸਵੇਰੇ ਇਸ਼ਨਾਨ ਕਰਕੇ ਅਰਦਾਸ ਕਰਕੇ ਤੇ ਵੋਟਾਂ ਅਕਾਲੀ ਦਲ ਨੂੰ ਪਾਓ। ਹੁਣ ਇਸ ਤਰ੍ਹਾਂ ਦੀਆਂ ਅਰਦਾਸਾਂ ਉਹ ਨਹੀਂ ਕਰ ਸਕਦੇ ਕਿਉਂਕਿ ਅਕਾਲੀ ਦਲ ਇਸ ਦੇ ਕਾਬਿਲ ਨਹੀਂ ਰਿਹਾ ਕਿ ਉਹ ਲੋਕਾਂ ਦੀਆਂ ਵੋਟਾਂ ਲੈ ਸਕੇ। ਅਸੀਂ ਜਿਹੜੇ ਇਹ ਪ੍ਰਚਾਰਕ ਹਨਗੇ ਇਹ ਅਰਦਾਸ ਕਰ ਸਕਦੇ ਆ ਕਿ ਹੇ ਸੱਚੇ ਪਾਤਸ਼ਾਹ, ਅਕਾਲੀ ਦਲ ਨੂੰ ਇਸ ਯੋਗ ਬਣਾ ਕਿ ਉਹ ਸਿੱਖਾਂ ਦੀਆਂ ਵੋਟਾਂ ਦਾ ਹੱਕਦਾਰ ਬਣੇ। ਲੇਕਿਨ ਇਹ ਡੇਰੇਦਾਰਾਂ ਕੋਲੋਂ, ਡੇਰੇਦਾਰਾਂ ਦੇ ਨਾਲ ਇਹਨਾਂ ਦੀ ਭਿਆਲੀ ਹੈ ਤੇ ਇਹ ਲੋਕ ਸਮਝਦੇ ਨੇ ਕਿ ਜਿਹੜੇ ਦੂਸਰੇ ਲੋਕ ਹਨਗੇ ਉਹ ਸਾਡੇ ਹੱਕ ਦੇ ਵਿੱਚ ਨਹੀਂ, ਇਸ ਕਰਕੇ ਉਹਨਾਂ ਨੂੰ ਭੰਡਦੇ ਨੇ ਔਰ ਉਹਨਾਂ ਦੀ ਭੰਡੀ ਕਰਵਾਉਂਦੇ ਨੇ। ਉਹ ਅਸਲ ਦੇ ਵਿੱਚ ਸਾਹਿਬ ਨੇ ਵੀ, ਤੁਸੀਂ ਬਾਣੀ ਦੇ ਵਿੱਚ ਆਪਾਂ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਕਿ ਜੀ ਮੈਨੂੰ ਤਾਂ ਕੋਈ ਕਹਿੰਦਾ ਵੀ ਇਹ ਇੱਕ ਕਮਲਾ ਹੈ, ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਉਹਨਾਂ ਨੂੰ ਵੀ ਭੰਡਿਆ ਗਿਆ ਸੀਗਾ। ਤੇ ਗੁਰੂ 6ਵੇਂ ਪਾਤਸ਼ਾਹ ਦੇ ਸਮੇਂ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਕਈ ਲੋਕ ਕਹਿ ਰਹੇ ਨੇ ਕਿ ਕਿਸ ਤਰ੍ਹਾਂ ਦਾ ਗੁਰੂ ਹੈ, ਹੁਣ ਇਹ ਸ਼ਿਕਾਰ ਖੇਡਦਾ, ਇਹ ਆ ਕਰਦਾ। ਯਾਨੀ ਇਹੋ ਜਿਹੇ ਲੋਕ ਇਹ ਮਾੜੀ ਪ੍ਰਵਿਰਤੀ ਦੇ ਗੁਰੂ ਨਾਨਕ ਸਾਹਿਬ ਵੇਲੇ ਵੀ ਸਨ
ਗੁਰੂ ਹਰਗੋਬਿੰਦ ਸਾਹਿਬ ਵੇਲੇ ਵੀ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਵੀ ਸਨ, ਜਦੋਂ ਕਹਿੰਦੇ ਸੀ ਮਾਤਾ ਜੀ ਨੂੰ ਜਾ ਕੇ ਕਿ ਤੁਸੀਂ ਇਹ ਅੰਮ੍ਰਿਤ ਸਿੱਖਾਂ ਨੂੰ ਵੱਢੀ ਜਾਂਦਾ ਹੈ, ਦੇਖੋ ਜੀ ਇਹ ਠੀਕ ਨਹੀਂ ਹੈ। ਤੇ ਸੋ ਇਸ ਤਰ੍ਹਾਂ ਦੇ ਲੋਕ ਹਰ ਦੌਰ ਦੇ ਵਿੱਚ ਹੁੰਦੇ ਨੇ, ਲੇਕਿਨ ਜਿਹੜੀ ਅੱਖ ਹੈ, ਪਾਰਖੂ ਅੱਖ ਹੈ, ਗੁਰੂ ਨੇ ਸਾਨੂੰ ਜਿਹੜਾ ਅੰਜਨ ਦਿੱਤਾ ਹੈ, ਜਿਹੜਾ ਸੁਰਮਾ ਦਿੱਤਾ ਹੈ, ਜਿਸ ਨੂੰ ਲਾ ਕੇ ਅਸੀਂ ਆਪਣੇ ਲੋਕਾਂ ਨੂੰ ਪਛਾਣ ਸਕਦੇ ਹਾਂ। ਜਿਹੜੀ ਸਾਨੂੰ ਗੁਰੂ ਨੇ ਆਵਾਜ਼ ਹੈ, ਜਿਹੜੀ ਗੁਰੂ ਦੀ ਸਾਨੂੰ ਕਿਸ ਦੇ ਵਿੱਚੋਂ ਆਉਂਦੀ ਦਿਸਦੀ ਹੈ, ਇਹ ਸਾਨੂੰ ਪਛਾਣਨਾ ਸਾਡਾ ਕੰਮ ਹੈ, ਸਿੱਖ ਦਾ ਕੰਮ ਹੈ। ਕਿਉਂਕਿ ਸਿੱਖ ਦਾ ਤਾਂ ਸਾਰਾ ਕੁਝ ਹੀ ਦਾਅ ਤੇ ਲੱਗਿਆ ਹੋਇਆ। ਇਹ ਜੀਵਨ ਬੇਕਾਰ ਜਾਣਾ ਜੇ ਅਸੀਂ ਗੁਰੂ ਦੇ ਸ਼ਰਨ ਨਹੀਂ ਆਏ। ਤਾਂ ਅਸੀਂ ਤਾਂ ਪਰਖ ਕੇ, ਠੋਕ ਵਜਾ ਕੇ, ਠਣਕਾ ਕੇ, ਜਿਵੇਂ ਖਰਾ ਰੁਪਇਆ ਇੱਕ ਅਠਾਨੇ ਆਪਾਂ ਲਈਦੀ ਹੈ ਤਾਂ ਉਹਨੂੰ ਚਾਰ ਪਾਸਿਆਂ ਤੋਂ ਵੇਖੀਦਾ। ਤੇ ਸਾਰੀ ਜ਼ਿੰਦਗੀ ਸਾਡੀ ਦਾਅ ਤੇ ਲੱਗੀ ਹੋਈ ਹੈ। ਸਾਨੂੰ ਤਾਂ ਇਹ ਸਮਝਣਾ ਪਏਗਾ ਕਿ ਇਹ ਡੇਰੇਦਾਰ ਸਾਡੇ ਹੱਕ ਦੇ ਵਿੱਚ ਹਨ, ਜਿਹੜੇ ਕਿ ਇਸ ਤਰ੍ਹਾਂ ਦੀਆਂ ਅਪੀਲਾਂ ਕਰਦੇ ਨੇ। ਇਹ ਡੇਰੇਦਾਰ ਜਿਹੜੇ ਆਪਣੀ ਪੂਜਾ ਕਰਾਉਂਦੇ ਨੇ ਗੁਰੂ ਗ੍ਰੰਥ ਨੂੰ ਪਾਸੇ ਰੱਖ ਕੇ, ਇਹ ਸਾਡੇ ਹੱਕ ਦੇ ਵਿੱਚ ਹਨ ਜਾਂ ਸਾਡੇ ਵਿਰੁੱਧ ਹਨ। ਜਾਂ ਜਿਹੜੇ ਲੋਕ ਪ੍ਰਚਾਰ ਕਰਦੇ ਨੇ ਸਿੱਖੀ ਦਾ, ਭਾਈ ਸਿੱਖੀ ਦੇ ਰਾਹ ਤੇ ਆਓ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਇਹ ਅਖੰਡ ਪਾਠਾਂ ਦੇ ਉੱਤੇ ਯਕੀਨ ਨਾ ਰੱਖੋ ਤੇ ਆਪਣੇ ਆਪ ਗੁਰੂ ਦੀ ਮੱਤ ਨੂੰ ਧਾਰਨ ਕਰੋ ਤੇ ਫਿਰ ਸਿੱਖੀ ਪ੍ਰਾਪਤ ਹੁੰਦੀ ਹੈ, ਉਹ ਠੀਕ ਹੋਣਗੇ ਕਿ ਇਹ ਠੀਕ ਹੋਣਗੇ, ਇਹ ਫੈਸਲਾ ਅਸੀਂ ਕਰਨਾ। ਬਿਲਕੁਲ। ਪਰ ਇੱਥੇ ਜਦੋਂ ਤੁਸੀਂ ਸਿਆਸਤ ਦੀ ਗੱਲ ਕਰਦੇ ਹੋ ਨਾ ਕਿ ਕੌਣ ਸਿਆਸਤ ਕਰ ਰਿਹਾ ਜਾਂ ਕੌਣ ਕਿਵੇਂ ਦੀ ਸਿਆਸਤ ਕਰ ਰਿਹਾ, ਇਹ ਵੀ ਸਵਾਲ ਖੜਾ ਹੁੰਦਾ। ਇੱਕ ਸਿਆਸਤ ਉਹ ਹੈ ਜਿਹੜੀ ਸ੍ਰੀ ਦਰਬਾਰ ਸਾਹਿਬ ਦੇ ਬਰਾਬਰ ਇੱਕ ਮਾਡਲ ਬਣਾ ਕੇ ਸ੍ਰੀ ਦਰਬਾਰ ਸਾਹਿਬ ਦਾ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ। ਇੱਕ ਸਿਆਸਤ ਉਹ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਬਰਾਬਰ ਜਥੇਦਾਰ ਖੜਾ ਕਰਕੇ ਇੱਕ ਮੁਤਵਾਜ਼ੀ ਜਥੇਦਾਰ ਬਣਾ ਕੇ ਉਸ ਸਿਆਸਤ ਨੂੰ ਅੱਗੇ ਤੋਰਦੀ ਹੈ ਤੇ ਉਹਦੇ ਰਾਹੀਂ ਆਪਣੀ ਮਨਸ਼ਾ ਜਾਂ ਆਪਣੇ ਮਨਸੂਬਿਆਂ ਨੂੰ ਪੂਰਾ ਕਰਦੀ ਹੈ। ਇੱਕ ਸਿਆਸਤ ਉਹ ਵੀ ਹੈ ਜਿਹੜੀ ਕਹਿੰਦੀ ਹੈ ਕਿ ਜਥੇਦਾਰ ਦਾ ਤਾਂ ਕੋਈ ਸਿੱਖ ਪੰਥ ਦੇ ਵਿੱਚ ਨਾਮੋ ਨਿਸ਼ਾਨ ਹੀ ਨਹੀਂ, ਕੋਈ ਜਥੇਦਾਰ ਨਹੀਂ, ਸਭ ਸੇਵਾਦਾਰ ਨੇ, ਕੋਈ ਮੁੱਖ ਸੇਵਾਦਾਰ ਹੋ ਸਕਦਾ, ਜਥੇਦਾਰ ਦੇ ਕੋਈ ਆਧਾਰ ਨਹੀਂ ਬਣਦਾ। ਇਹ ਸਿਆਸਤ ਨਾਲੋਂ ਨਾਲ ਚੱਲ ਰਹੀ ਹੈ। ਇੱਕ ਸਿਆਸਤ ਉਹ ਹੈ ਜਿਹੜੀ ਪੰਥ ਦੇ ਵਿੱਚ ਇਹੋ ਜਿਹੇ ਮਸਲਿਆਂ ਨੂੰ ਉਭਾਰ ਕੇ, ਜਿਨ੍ਹਾਂ ਮਸਲਿਆਂ ਤੇ ਪਤਾ ਹੈ ਕਿ ਬਖੇੜਾ ਖੜਾ ਹੋਣਾ, ਭਾਵੇਂ ਉਹ ਮਾਸ ਮੱਛੀ ਖਾਣ ਦੀ ਗੱਲ ਹੋਵੇ ਜਾਂ ਕਿਸੇ ਵੀ ਢੰਗ ਦੀ ਇਸ ਤਰੀਕੇ ਦੀ ਕੋਈ ਗੱਲ ਹੋਵੇ, ਜਾਂ ਗੋਲਕਾਂ ਤੇ ਕਬਜ਼ੇ ਦੀ ਗੱਲ ਹੋਵੇ, ਜਾਂ ਗੁਰੂ ਘਰ 'ਚ ਦਸਵੰਧ ਕੱਢਣ ਦੀ ਗੱਲ ਹੋਵੇ, ਤਾਂ ਇਹ ਵੀ ਸਿਆਸਤ ਤਾਂ ਨਾਲੋਂ ਨਾਲ ਚੱਲ ਰਹੀ ਹੈ ਨਾ। ਇਹ ਤਾਂ ਚੁਣਨਾ ਇਹ ਹੈ ਕਿ ਤੁਸੀਂ ਕਿਹੜੀ ਸਿਆਸਤ ਨੂੰ ਚੁਣ ਰਹੇ ਹੋ। ਜਿਹੜੀ ਸਿਆਸਤ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਗੁਰੂ ਦੀ ਮਰਿਆਦਾ ਨੂੰ ਅੱਗੇ ਵਧਾਉਂਦੀ ਹੈ, ਤੇ ਜਿਹੜੀ ਸਿਆਸਤ ਗੁਰੂ ਘਰ ਨੂੰ ਢਾਹ ਲਾਉਂਦੀ ਹੈ। ਜਦੋਂ ਤੁਹਾਨੂੰ ਦਿਸਦਾ ਹੋਵੇ ਕਿ ਇਹਦੇ ਨਾਲ ਢਾਹ ਲੱਗਦੀ ਹੈ ਤਾਂ ਫਿਰ ਤੁਸੀਂ ਉਹਦੇ ਤੋਂ ਅੱਖਾਂ ਓਲੇ ਮਤਲਬ ਕਿ ਹੋ ਕੇ ਸਾਈਡ ਤੇ ਹੋ ਕੇ ਲੰਘ ਵੀ ਸਕਦੇ ਹੋ ਕਿ ਜੋ ਕਰੇਗਾ ਗੁਰੂ ਕਰੇਗਾ। ਨਹੀਂ, ਗੁਰੂ ਕਰੇਗਾ ਤਾਂ ਗੁਰੂ ਕਿਸ ਦੇ ਰਾਹੀਂ ਕਰੇਗਾ? ਗੁਰੂ ਅਕਾਲ ਪੁਰਖ ਆਪਣਾ ਮਤ ਸੰਸਾਰ ਦੇ ਵਿੱਚ ਪ੍ਰਚਾਰਦਾ ਹੈ। ਉਸਨੇ ਆਪਣਾ ਮਤ ਰਿਵੀਲ ਕੀਤਾ ਹੈ, ਉਸਨੇ ਗੁਰਬਾਣੀ ਦੇ ਰਾਹੀਂ ਦੱਸਿਆ ਹੈ ਕਿ ਮੇਰਾ ਮਤ ਇਹ ਹੈ। ਅਕਾਲ ਪੁਰਖ ਨੇ ਦੱਸਿਆ, ਗੁਰੂ ਨੇ ਸਾਨੂੰ ਰਿਵੀਲ ਕੀਤਾ ਹੈ। ਗੁਰਪ੍ਰਸਾਦ ਆਪਾਂ ਪੜ੍ਹਦੇ ਹਾਂ ਰੋਜ਼, ਮੂਲ ਮੰਤਰ ਜਾਂ ਬੀਜ ਮੰਤਰ ਦੇ ਵਿੱਚ ਰੋਜ਼ ਆਪਾਂ ਪੜ੍ਹਦੇ ਹਾਂ ਕਿ ਗੁਰੂ ਦੇ ਮਿਹਰ ਦੇ ਨਾਲ ਮੈਨੂੰ ਇਹ ਬਾਣੀ ਪ੍ਰਾਪਤ ਹੋਈ ਹੈ ਜਿਹੜੀ ਕਹਿੰਦੀ ਹੈ ਕਿ ਆਹ ਕਰਮ ਹਨ ਜਿਹੜੇ ਇਨਸਾਨ ਨੇ ਕਰਨੇ ਨੇ ਤੇ ਇਸ ਪਰਮਾਤਮਾ ਦੇ ਨਾਲ ਪਿਆਰ ਕਰਨਾ ਹੈ ਔਰ ਇਸ ਪਿਆਰ ਦੇ ਰਾਹੀਂ ਉਸਨੇ ਮੁਕਤੀ ਹਾਸਲ ਕਰਨੀ ਹੈ। ਇਸ ਦੇ ਵਿੱਚ ਸਿਆਸਤ ਕੋਈ ਨਹੀਂ, ਇਸ ਦੇ ਵਿੱਚ ਤਾਂ ਸਿੱਧਾ ਧਰਮ ਦੀ ਗੱਲ ਹੈ। ਔਰ ਜੇ ਸਿਆਸਤ ਦੀ ਗੱਲ ਹੈ ਤਾਂ ਸਿਆਸਤ ਸਾਰਿਆਂ ਦੀ ਸਾਂਝੀ ਹੈ। ਇੱਕ ਐਸਾ ਸਮਾਜ ਸਿਰਜਣਾ ਜਿਸ ਦੇ ਵਿੱਚ ਕੋਈ ਕਿਸੇ ਦੇ ਉੱਤੇ ਜ਼ੁਲਮ ਨਾ ਕਰ ਸਕੇ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਜਾਨ ਦਾ, ਭਾਵੇਂ ਸੁਖਾਲੀ ਬੁੱਠੀਆਂ, ਹੁਣ ਹੋਆ ਹਲੇਮੀ ਰਾਜ ਜੀਓ। ਇਹ ਤਾਂ ਸਿਆਸਤ ਹੈ ਸਾਡੀ। ਇਹ ਸਿਆਸਤ ਸਾਰਿਆਂ ਦੀ ਸਾਂਝੀ ਹੈ। ਇਸ ਦੇ ਵਿੱਚ ਕੋਈ ਫਰਕ ਨਹੀਂ, ਇਸ ਦੇ ਵਿੱਚ ਕੋਈ ਪਾੜਾ ਨਹੀਂ, ਇਸ ਦੇ ਵਿੱਚ ਕੋਈ ਧੜੇ ਨਹੀਂ, ਇਸ ਦੇ ਵਿੱਚ ਸਾਰਿਆਂ ਦੇ ਇਕਸਾਰ ਸ਼ਮੂਲੀਅਤ ਹੈ। ਇਹ ਤਾਂ ਹੈ, ਇਹ ਹੈ ਸਾਡੀ ਸਿਆਸਤ। ਜੇ ਤੁਸੀਂ ਕਹਿੰਦੇ ਇਸ ਨੂੰ ਸਿਆਸਤ ਕਹਿੰਦੇ ਹੋ ਕਿ ਜੀ ਕੁਝ ਲੋਕ ਇੱਕ ਕਿਸੇ ਪੱਖ ਦਾ ਆਸਰਾ ਲੈ ਕੇ ਤੇ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਨੇ, ਤਾਂ ਉਹ ਵੀ ਸਾਨੂੰ ਪਛਾਣਨ ਦੀ ਲੋੜ ਹੈ ਕਿ ਇਹ ਲੋਕ ਕੀ ਕਰ ਰਹੇ ਨੇ। ਜੇ ਇਹ ਕਹਿੰਦੇ ਨੇ ਕਿ ਵੀ ਇਹ ਅਕਾਲ ਤਖਤ ਦੇ ਹੁਣ ਜਥੇਦਾਰ ਦੀ ਗੱਲ ਕਰ ਲਓ, ਮੁਤਵਾਜੀ ਜਥੇਦਾਰ ਦੀ ਗੱਲ ਕਰ ਲਓ। ਮੁਤਵਾਜੀ ਜਥੇਦਾਰ ਦੀ ਲੋੜ ਕਿਉਂ ਪਈ? ਕਿਉਂਕਿ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਹਊਆ ਬਣਾ ਕੇ ਪੇਸ਼ ਕਰਤਾ। ਜਥੇਦਾਰ ਅਕਾਲ ਤਖਤ ਦੀ ਕੋਈ ਅਹੁਦਾ, ਕੋਈ ਉਪਾਧੀ ਸਾਡੇ ਪੰਥ ਦੇ ਵਿੱਚ ਹੈ ਨਹੀਂ ਔਰ ਨਾ ਰਹੀ ਹੈ।
ਇਹਨਾਂ ਨੇ ਉਸ ਨੂੰ ਪ੍ਰਚਲਿਤ ਕਰ ਲਿਆ, ਜਿਹੜੇ ਅਕਾਲੀ ਸਿਆਸਤ ਵਾਲੇ ਸਨ, ਔਰ ਇਹਨਾਂ ਨੇ ਉਸ ਨੂੰ ਇੱਕ ਹਊਆ ਬਣਾ ਕੇ ਹੁਣ ਬਾਰ-ਬਾਰ ਦੇਖੋ ਜਥੇਦਾਰ ਕੀ ਹੈ, ਇੱਕ ਆਦਮੀ ਹੈ ਨਾ ਜਿਸਨੇ ਅੰਮ੍ਰਿਤ ਛਕਿਆ ਹੋਇਆ, ਉਹ ਜਿਹੜਾ ਸਰਨਾ ਹੈਗਾ ਉਹ ਵੀ ਇੱਕ ਆਦਮੀ ਹੈ ਨਾ ਜਿਸਨੇ ਅੰਮ੍ਰਿਤ ਛਕਿਆ ਹੋਇਆ, ਉਹ ਗੁਰੂ ਦਾ ਬਰਾਬਰ ਸਿੱਖ ਹੈ। ਉਸ ਨੂੰ ਤੁਸੀਂ ਲਿਆ ਕੇ ਬਾਰ-ਬਾਰ ਕਹੋ ਵੀ ਇੱਥੇ ਭਾਂਡੇ ਮਾਂਜ, ਤੂੰ ਫਲਾਨਾ ਕਰਮ ਕਰਤਾ, ਤੂੰ ਕੈਲੰਡਰ ਨਹੀਂ ਲਾਗੂ ਕੀਤਾ, ਤੂੰ ਆ ਨਹੀਂ ਕੀਤਾ। ਇਹ ਜਿਹੜਾ ਨਾ ਇੱਕ ਬਹੁਤ ਵਧੀਆ ਆਪਣੇ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਲੇਖ ਹੈ ਕਿ ਗੁਰੂ ਨਾਨਕ ਤੋਂ ਪਹਿਲਾਂ ਸਾਰੇ ਲੋਕਾਂ ਦਾ ਜਿਹੜਾ ਜ਼ੋਰ ਸੀਗਾ ਧਾਰਮਿਕ ਲੋਕਾਂ ਦਾ, ਉਹ ਦੂਸਰੇ ਦੀ ਬਾਡੀ ਦੇ ਉੱਤੇ ਕੰਟਰੋਲ ਕਰਨ ਦਾ ਸੀ। ਉਹ ਕਹਿੰਦੇ ਸੀ ਤੂੰ ਆਪਣਾ ਸਰੀਰ ਮੈਨੂੰ ਦੇ, ਔਰ ਉਹ ਸਰੀਰ ਜਿਹੜਾ ਸੀਗਾ ਉਸ ਦੇ ਉੱਤੇ ਤੂੰ ਜੇ ਤਿਲਕ ਲਾ ਲਿਆ ਮੱਥੇ ਤੇ, ਤੂੰ ਮੇਰਾ ਹੋ ਗਿਆ ਵੈਸ਼ਨਵ। ਜੇ ਤੂੰ ਤਿਲਕ 16 ਤਿਲਕ ਲਾ ਰਹੇ ਫਿਰ ਤੂੰ ਸ਼ੈਵ ਹੋ ਗਿਆ, ਤੂੰ ਮੇਰਾ ਹੋ ਗਿਆ, ਇਹ ਤੇਰਾ ਸਰੀਰ ਮੇਰਾ ਹੋ ਗਿਆ। ਜੇ ਤੂੰ ਕੰਨ ਦੇ ਵਿੱਚ ਮੁੰਦਰਾਂ ਪਾ ਲਈਆਂ ਤੂੰ ਮੇਰਾ ਚੇਲਾ ਹੋ ਗਿਆ। ਹਰ ਇੱਕ ਸੰਸਾਰ ਦੇ ਉੱਤੇ ਆਦਮੀ ਇੱਕ ਆਪਣਾ ਦੂਸਰੇ ਦੇ ਸਰੀਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਔਰ ਇਹ ਅੱਜ ਵੀ ਜਾਰੀ ਹੈ। ਗੁਰੂ ਨੇ ਕੀ ਕੀਤਾ ਆ ਕੇ, ਗੁਰੂ ਨੇ ਕਿਹਾ ਭਾਈ ਸਾਰਿਆਂ ਦੀ ਗੁਲਾਮੀ ਛੱਡੋ, ਅਕਾਲ ਪੁਰਖ ਤੁਹਾਡਾ ਗੁਰੂ ਹੈ, ਉਹ ਉਸ ਦਾ ਜਿਹੜਾ ਆਹ ਸੁਨੇਹਾ ਹੈ ਜਿਹੜਾ ਮੈਂ ਤੁਹਾਨੂੰ ਦੇ ਰਿਹਾ, ਤੇ ਇਸ ਕਰਕੇ ਅਸੀਂ ਉਸ ਨੂੰ ਵੀ ਗੁਰੂ ਮੰਨਦੇ ਹਾਂ। ਗੁਰੂ ਦਾ ਸੁਨੇਹਾ ਹੈ ਉਹ ਲਿਬਰੇਟ ਕਰਦਾ ਹੈ, ਉਹ ਕਹਿੰਦਾ ਹੈ ਕਿ ਤੂੰ ਵੀ ਸਿੱਖ ਹੈ, ਇਹ ਵੀ ਸਿੱਖ ਹੈ, ਤੇ ਜਿਹੜਾ ਅਕਾਲ ਤਖਤ ਦਾ ਜਥੇਦਾਰ ਜਿਹਨੂੰ ਇਹ ਨੋਮੀਨੇਟ ਕਰਨ ਦੇ ਆਪਣੀ ਸਿਆਸਤ ਦੇ ਅਨੁਸਾਰ, ਉਹ ਉਸ ਦਾ ਕਿਵੇਂ ਅਧਿਕਾਰ ਬਣ ਜਾਂਦਾ ਹੈ ਕਿ ਦੂਸਰੇ ਅੰਮ੍ਰਿਤਧਾਰੀ ਸਿੱਖ ਦੇ ਉੱਤੇ ਆਪਣਾ ਹੁਕਮ ਚਲਾਵੇ। ਇਹਨਾਂ ਨੇ ਇਹ ਗਲਤੀ ਕੀਤੀ। ਹੁਣ ਇਸ ਨੂੰ ਜਿਹੜੇ ਇਸ ਤਰ੍ਹਾਂ ਦਾ ਰਵੱਈਆ ਸੀਗਾ, ਕਦੇ ਕਿਸੇ ਕੱਟੇ ਵਾਲੇ ਨੂੰ ਬਣਾਤਾ, ਕਦੇ ਕਿਸੇ ਨੂੰ ਬਣਾਤਾ, ਜਿਨ੍ਹਾਂ ਨੂੰ ਬਿਲਕੁਲ ਸਮਝ ਨਹੀਂ ਸਿੱਖੀ ਦੀ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਬਣਾ ਦਿੰਦੇ ਨੇ, ਤੇ ਫਿਰ ਉਹਨਾਂ ਤੋਂ ਹੁਕਮ ਲਾਗੂ ਕਰਾਉਂਦੇ ਨੇ ਔਰ ਕਹਿੰਦੇ ਨੇ ਕਿ ਜੀ ਹੁਕਮਨਾਮਾ ਸਾਡਾ ਅਟੱਲ ਹੈ। ਕੋਈ ਕਿਸੇ ਕਿਸਮ ਦਾ ਅਟੱਲ ਤਾਂ ਸੰਸਾਰ ਹੀ ਨਹੀਂ ਸਾਰਾ, ਇਹ ਵੀ ਕਿਸੇ ਨਾ ਕਿਸੇ ਦਿਨ ਬਿਨਸ ਜਾਣਾ ਹੈ, ਗੁਰੂ ਦਾ ਹੁਕਮ ਹੈ। ਤਾਂ ਫਿਰ ਇਹ ਐਡਾ ਅਟੱਲ ਕਿਹੜਾ ਜਥੇਦਾਰ ਆ ਗਿਆ ਕਿ ਜਿਹੜਾ ਬ੍ਰਹਮ ਗਿਆਨੀ ਸਾਰਾ ਉਹ ਐਸਾ ਹੁਕਮ ਕਰ ਸਕਦਾ ਹੈ? ਇਹ ਸਿਰਫ ਆਪਣੀ ਸਿਆਸਤ ਵਾਸਤੇ ਉਹਦੇ ਕੋਲ ਹੁਕਮਨਾਮੇ ਲੈਂਦੇ ਨੇ। ਫਿਰ ਇਹਨਾਂ ਦੇ ਬਰਖਲਾਫ ਰਿਵੋਲਟ ਹੁੰਦੀ ਹੈ, ਔਰ ਰਿਵੋਲਟ ਦੇ ਵਿੱਚ ਮਤਵਾਦੀ ਜਥੇਦਾਰ ਨਿਕਲਦੇ ਨੇ। ਹੁਣ ਜੇ ਤੁਸੀਂ ਜਥੇਦਾਰ ਬਣਾਉਣਾ ਹੈ ਜਿਸ ਦਾ ਹੁਕਮ ਲੋਕਾਂ ਦੇ ਉੱਤੇ ਲਾਗੂ ਹੋਣਾ ਹੈ, ਤਾਂ ਫਿਰ ਲੋਕਾਂ ਦੀ ਮਰਜ਼ੀ ਪੁੱਛਣੀ ਚਾਹੀਦੀ ਹੈ, ਭਾਈ ਕਿਹਨੂੰ ਬਣਾਈਏ, ਕੌਣ ਹੈ ਬੰਦਾ ਜਿਹੜਾ ਵਾਜਬ ਹੈ। ਹੁਣ ਜੇ ਤੁਸੀਂ ਪ੍ਰਾਈਮ ਮਿਨਿਸਟਰ ਬਣਾਉਣੇ ਹੋ ਜਿਸ ਦਾ ਹੁਕਮ ਸਾਰੇ ਲੋਕਾਂ ਦੇ ਚੱਲਣਾ ਹੈ, ਤਾਂ ਸਾਰੇ ਲੋਕਾਂ ਨੂੰ ਆਪਾਂ ਪੁੱਛਦੇ ਹਾਂ ਵੀ ਭਾਈ ਦੱਸੋ ਕਿਹੜਾ ਬਣਾਈਏ, ਪਾਓ ਵੋਟਾਂ। ਜੀ ਕਿਉਂ ਨਹੀਂ ਪੁੱਛਦੇ ਇਹ ਲੋਕ? ਸੋ ਇਹ ਜਿਹੜਾ ਹੈਗਾ ਇਹਨਾਂ ਦੀ ਬੇਈਮਾਨੀ ਦੇ ਬਰਖਲਾਫ ਰਿਵੋਲਟ ਹੈ, ਜਿਹੜੀ ਕਿ ਮੁਤਵਾਜੀ ਜਥੇਦਾਰ ਹੈ। ਮੁਤਵਾਜੀ ਜਥੇਦਾਰ ਸਾਹਿਬ ਵੀ ਹੁਣ ਇਹਦਾ ਸਿਰਫ ਐਡਵਾਂਟੇਜ ਇਹ ਸੀਗਾ ਮੁਤਵਾਜੀ ਜਥੇਦਾਰ ਦਾ ਕਿ ਬਹੁਤ ਸਾਰੇ ਲੋਕਾਂ ਨੇ, ਰਿਪਰੈਜ਼ੈਂਟੇਟਿਵ ਲੋਕਾਂ ਨੇ, ਸਿੱਖੀ ਦੇ ਦਰਦ ਰੱਖਣ ਵਾਲੇ ਲੋਕਾਂ ਨੇ ਉਸ ਨੂੰ ਚੁਣਿਆ ਸੀ। ਮੈਂ ਉਸ ਨੂੰ ਨਹੀਂ ਕਹਿੰਦਾ ਕਿ ਉਹ ਇੱਕ ਸਰਬੱਤ ਖਾਲਸਾ ਹੋਇਆ ਸੀ, ਲੇਕਿਨ ਬਹੁਤ ਸਾਰੇ ਲੋਕ, ਔਰ ਇਸ ਇੱਕ ਆਦਮੀ ਦੇ ਲਿਫਾਫੇ ਚੋਂ ਨਿਕਲਿਆ ਹੋਇਆ ਜਥੇਦਾਰ ਹੋਵੇ ਤੇ ਦੂਸਰਾ 5 ਲੱਖ 10 ਲੱਖ 50 ਲੱਖ ਲੋਕਾਂ ਦਾ ਚੁਣਿਆ ਹੋਇਆ ਜਥੇਦਾਰ ਹੋਵੇ, ਤਾਂ ਫਿਰ ਅਸੀਂ ਉਸ ਨੂੰ ਕਿਸ ਨੂੰ ਮੁਤਵਾਜੀ ਕਵਾਂਗੇ ਤੇ ਕਿਸ ਨੂੰ ਅਸੀਂ ਅਸਲ ਜਥੇਦਾਰ ਕਵਾਂਗੇ? ਇਹ ਰੌਲਾ ਥੋੜਾ ਜਿਹਾ ਹੈ। ਲੇਕਿਨ ਇਹ ਮੰਡ ਸਾਹਿਬ ਤਾਂ ਮੁਤਵਾਜੀ ਜਥੇਦਾਰ ਵੀ ਹੈ ਨਹੀਂ, ਇਹ ਤਾਂ ਸਿਰਫ ਉਹਨਾਂ ਦੀ ਜਗ੍ਹਾ ਦੇ ਉੱਤੇ ਅਫੀਸ਼ੀਏਟ ਕਰ ਰਹੇ ਹੈ। ਜਿਹੜਾ ਤੁਹਾਡਾ ਜਥੇਦਾਰ ਹੈ ਹਵਾਰਾ ਸਾਹਿਬ ਦੀ ਜਗ੍ਹਾ ਦੇ ਉੱਤੇ ਅਫੀਸ਼ੀਏਟ ਕਰ ਰਹੇ ਹੈ। ਤੇ ਜੇ ਹਵਾਰਾ ਸਾਹਿਬ ਦੀ ਮਰਜ਼ੀ ਇਹਨਾਂ ਨੇ ਪੁੱਛੀ ਨਹੀਂ ਤੇ ਆਪਣਾ ਇਹ ਇਸ ਤਰ੍ਹਾਂ ਦੇ ਹੁਕਮ ਲਾਗੂ ਕਰ ਰਹੇ ਨੇ। ਹੁਣ ਦੇਖੋ ਕੱਲ ਪਰਸੋਂ ਜਿਹੜਾ ਕੁਝ ਹੋਇਆ ਕਿ ਜੀ ਚੀਫ ਮਿਨਿਸਟਰ ਨੂੰ ਤੁਸੀਂ ਸਮਨ ਕਰ ਲਓ। ਭਾਈ ਚੀਫ ਮਿਨਿਸਟਰ ਦੇ ਨਾਲ ਤੁਹਾਡਾ ਕੀ ਤਾਲੁਕ ਹੈ? ਤੁਸੀਂ ਪਹਿਲਾਂ ਤਾਂ ਇਹ ਦੱਸੋ ਭਾਈ ਤੁਹਾਡਾ ਉਹਦੇ ਉੱਤੇ ਅਧਿਕਾਰ ਕੀ ਬਣਦਾ? ਪਹਿਲੇ ਤਾਂ ਕਮ ਸੇ ਕਮ ਦੇਖੋ ਜਥੇਦਾਰ ਦਾ ਜਿਹੜਾ ਜੂਰਿਸਡਿਕਸ਼ਨ ਹੈ ਉਹ ਸ਼ੁਰੂ ਕਦੋਂ ਹੁੰਦਾ? ਜਥੇਦਾਰ ਜੇ ਕੋਈ ਹੈ ਜਾਂ ਜੇ ਆਪਾਂ ਬਣਾਉਣਾ ਹੈ ਜਥੇਦਾਰ, ਤਾਂ ਉਸ ਦਾ ਜੂਰਿਸਡਿਕਸ਼ਨ ਕਦੋਂ ਸ਼ੁਰੂ ਹੋਣਾ ਹੈ? ਜਦੋਂ ਅਸੀਂ ਉਸਦੇ ਕੋਲੇ ਪੇਸ਼ ਹੋਣਾ। ਜੇ ਕੋਈ ਸਿੱਖ ਕੁਤਾਹੀ ਕਰਦਾ ਹੈ, ਰਹਿਤ ਦੇ ਵਿੱਚ ਰਹਿਤ ਕਰਦਾ ਹੈ, ਜਾਂ ਕੋਈ ਉਹਦੇ ਕੋਲੋਂ ਅਣਜਾਣੇ ਦੇ ਵਿੱਚ ਕੁਝ ਹੋ ਜਾਂਦਾ ਹੈ ਐਸਾ ਜਿਹੜੇ ਕਿ ਉਸ ਦੇ ਆਪਣੇ ਆਤਮਾ ਦੇ ਅਨੁਸਾਰ ਉਸ ਨੂੰ ਬੁਰਾ ਲੱਗਦਾ ਹੈ,
ਤਾਂ ਉਹ ਜਾਂਦਾ ਹੈ ਜਥੇਦਾਰ ਸੰਗਤ ਦੇ ਕੋਲ ਔਰ ਪ੍ਰਾਰਥਨਾ ਕਰਦਾ ਹੈ ਕਿ ਜੀ ਮੇਰੇ ਕੋਲੋਂ ਕੁਤਾਹੀ ਹੋ ਗਈ ਤੇ ਮੈਨੂੰ ਤੁਸੀਂ ਬਖਸ਼ੋ ਤਾਂ ਕਿ ਮੈਂ ਆਪਣੇ ਆਪ ਦੇ ਬਰਖਲਾਫ ਜੋ ਕ੍ਰਾਈਮ ਕਰ ਚੁੱਕਿਆ ਉਹ ਉਸ ਤੋਂ ਮੈਂ ਮੁਕਤ ਹੋ ਜਾਵਾਂ। ਇਸ ਵਾਸਤੇ ਜਾਂਦਾ ਲੋਕਾਂ ਦੇ ਉਹਨਾਂ ਦੇ ਕੋਲ। ਫਿਰ ਉਹ 5 ਪਿਆਰੇ ਚੁਣਦੇ ਨੇ ਔਰ 5 ਪਿਆਰੇ ਚੁਣ ਕੇ ਉਹ ਆਪਣਾ ਗੁਨਾਹ ਦੱਸਦਾ, ਉਹ ਉਸ ਨੂੰ ਜੋ ਵੀ ਉਹਦਾ ਸਮਾਧਾਨ ਕਰਕੇ ਉਸ ਨੂੰ ਫਿਰ ਉਹ 5 ਪਿਆਰੇ ਫਿਰ ਸੰਗਤ ਦੇ ਵਿੱਚ ਲੀਨ ਹੋ ਜਾਂਦੇ ਨੇ। ਇੱਥੇ ਜਥੇਦਾਰ 5 ਬਣਾ ਛੱਡੇ ਨੇ। ਇੱਕ ਪੋਲਿਟ ਬਿਊਰੋ ਜਿਵੇਂ ਹੁੰਦੀ ਹੈ ਕਮਿਊਨਿਸਟ ਪਾਰਟੀ ਦੀ, ਔਰ ਇਹ ਸਦਾ ਵਾਸਤੇ ਬਣੇ ਹੋਏ ਨੇ। ਇਸ ਤਰ੍ਹਾਂ ਦੀ ਕੋਈ ਰੀਤ ਪੰਥ ਦੇ ਵਿੱਚ ਕਦੇ ਨਹੀਂ ਰਹੀ ਔਰ ਕਦੇ ਪ੍ਰਵਾਨ ਨਹੀਂ ਹੋਣੀ ਚਾਹੀਦੀ। ਜੇ ਪੰਥ ਨੂੰ ਤੁਸੀਂ ਸਿੱਧੇ ਰਾਹ ਤੇ ਲੈ ਕੇ ਜਾਣਾ ਹੈ, ਗੁਰੂ ਦੀ ਸਿੱਖਿਆ ਦੇ ਅਨੁਸਾਰ ਚਲਾਉਣਾ ਹੈ, ਤਾਂ ਇਸ ਤਰ੍ਹਾਂ ਦੀ ਰੀਤ ਨਹੀਂ ਚੱਲ ਸਕਦੀ। ਤਾਂ ਉਹ ਤਾਂ ਜਿਹੜੀ ਹੈਗੀ ਉਹਨਾਂ ਦੇ ਬਰਖਲਾਫ ਰਿਵੋਲਟ ਹੈ। ਹੁਣ ਜਿਹੜਾ ਮੰਡ ਸਾਹਿਬ ਦਾ ਜਿਹੜਾ ਇਹ ਦੀ ਕਾਰਵਾਈ ਹੈ, ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਬੰਦਾ ਅੰਮ੍ਰਿਤਧਾਰੀ ਹੈ ਹੀ ਨਹੀਂ। ਜਿਹੜੇ ਜਥੇਦਾਰ ਦੂਸਰੇ ਸੀ, ਜਿਹੜੇ ਸਰਨੇ ਦੇ ਉੱਤੇ ਜਾਂ ਹੋਰ ਲੋਕਾਂ ਨੂੰ ਕਹਿੰਦੇ ਸੀ ਆਓ ਭਾਂਡੇ ਮਾਂਜੋ, ਆਹ ਕਰੋ, ਤੇ ਤਨਖਾਹਾਂ ਲਾਉਂਦੇ ਸੀ, ਜਿਨ੍ਹਾਂ ਨੇ ਦਰਸ਼ਨ ਸਿੰਘ ਵਰਗੇ ਦਰਵੇਸ਼ ਆਦਮੀ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਔਰ ਸਾਰਾ ਪੰਥ ਉਸ ਨੂੰ ਇਹ ਛੇਕਣ ਦੇ ਬਰਖਲਾਫ ਹੈ। ਲੇਕਿਨ ਇਹ ਪਤਾ ਨਹੀਂ ਇਹ ਆਪਣੇ ਇੱਕ ਖੂੜ ਮਤ ਦੇ ਉੱਤੇ ਕਾਇਮ ਹੋਣਗੇ। ਸੋ ਇਹ ਲੋਕ ਜਿਹੜੇ ਹਨਗੇ, ਜਿਹੜਾ ਹੁਕਮ ਹੈ ਉਹ ਨਹੀਂ ਚੱਲ ਸਕਦਾ। ਜਥੇਦਾਰ ਇਹ ਜਥੇਦਾਰੀ ਨਹੀਂ ਹੈਗੀ। ਇਹਨਾਂ ਦੇ ਪਰਮਾਨੈਂਟ 5 ਪੋਲਿਟ ਬਿਊਰੋ ਦੇ ਮੈਂਬਰ ਆ, ਫਲਾਣੇ ਨੂੰ ਲੈ ਲਓ, ਫਲਾਣੇ ਨੂੰ ਲੈ ਲਓ, ਜਥੇਦਾਰ ਇਹ ਸਾਰੇ 5 ਪਿਆਰੇ ਬਣ ਗਏ। ਇਸ ਤਰ੍ਹਾਂ ਨਹੀਂ ਬਣਦੇ 5 ਪਿਆਰੇ। 5 ਪਿਆਰੇ ਸੰਗਤ ਚੁਣਦੀ ਹੈ, ਜਿਹਨਾਂ ਦਾ ਕਿਰਦਾਰ ਹੁੰਦਾ। ਸੋ ਇਹ ਸਾਰਾ ਕੁਝ ਹੁਣ ਮੰਡ ਨੇ ਕਹਿਤਾ ਕਿ ਜੀ ਤੂੰ ਇੱਥੇ ਪੇਸ਼ ਹੋ ਜਾ। ਉਹ ਤਾਂ ਸਿੱਖੀ ਦੇ ਵਿੱਚ ਸਿੱਖੀ ਤੋਂ ਮੰਨਣ ਤੋਂ ਵੀ ਇਨਕਾਰੀ ਹੈ। ਉਹ ਤਾਂ ਉਨੀ ਕੁ ਸਿੱਖੀ ਜਾਣਦਾ ਹੈ ਜਿੰਨੀ ਕੁ ਉਸ ਨੂੰ ਵੋਟਾਂ ਦਵਾ ਸਕਦੀ ਹੈ। ਪੱਗ ਮੰਨ ਲਈ ਤੇ ਮਾੜਾ ਮੋਟਾ ਗੱਲ ਕਰ ਲਈ ਕਿ ਸਿੱਖੀ ਦੀ, ਤਾਂ ਉਹਦਾ ਇੰਨੀ ਕੁ ਜਾਣਦਾ। ਉਸ ਉੱਤੇ ਤੁਹਾਡਾ ਕੀ ਅਧਿਕਾਰ ਹੈ, ਤੁਸੀਂ ਉਸ ਨੂੰ ਬੁਲਾ ਰਹੇ ਹੋ? ਜਿਹੜੇ ਅਸਲੀ ਸਨ ਸਾਡੇ ਪੰਥ ਦੇ ਸਰੋਕਾਰ, ਜਿਹੜੇ ਸਾਡੀਆਂ ਪੰਥਕ ਰਵਾਇਤਾਂ ਸਨ, ਜ਼ਾਹਰ ਹੈ ਕਿ ਮੰਡ ਸਾਹਿਬ ਉਸ ਤੋਂ ਕਿਸੇ ਗੱਲੋਂ ਨਾਰਾਜ਼ ਆਣਗੇ। ਸ਼੍ਰੋਮਣੀ ਕਮੇਟੀ ਦੇ ਉੱਪਰ ਉਸਨੇ ਅਮੈਂਡਮੈਂਟ ਕਰਤੀ ਜਾਂ ਇਸ ਦੇ ਉੱਤੇ ਨਾਰਾਜ਼ ਆਣਗੇ। ਜੇ ਨਾਰਾਜ਼ ਹੋਣਗੇ ਤਾਂ ਨਾਰਾਜ਼ਗੀ ਪ੍ਰਗਟ ਕਰਨ ਦਾ ਇਹ ਤਰੀਕਾ ਨਹੀਂ ਹੈ ਜੋ ਉਹਨਾਂ ਨੇ ਅਪਣਾਇਆ। ਸਾਡੇ ਇਤਿਹਾਸ ਸਾਡੇ ਸਾਹਮਣੇ ਹੈ। ਅਸੀਂ 300 ਸਾਲ ਇਸ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਕਮ ਸੇ ਕਮ ਹੁਣ ਤੱਕ ਅਸੀਂ 400 ਸਾਲ ਇਸ ਸਿਆਸਤ ਦੇ ਵਿੱਚ ਭਰਪੂਰ ਹਿੱਸਾ ਪਾਉਂਦੇ ਰਹੇ ਹਾਂ। ਸਾਨੂੰ ਸਿਆਸੀ ਤੌਰ ਦੇ ਉੱਤੇ ਇੱਕ ਬੰਦੇ ਨੇ ਗਲਤੀ ਕੀਤੀ ਹੈ, ਕੁਝ ਸਾਨੂੰ ਪ੍ਰਵਾਨ ਨਹੀਂ ਕੀਤਾ, ਜਿਹੜੇ ਐਸੇ ਕੰਮ ਕੀਤੇ ਜਿਹੜਾ ਸਾਨੂੰ ਪ੍ਰਵਾਨ ਨਹੀਂ, ਤਾਂ ਫਿਰ ਅਸੀਂ ਉਸ ਦਾ ਕਿਸ ਤਰ੍ਹਾਂ ਨਾਲ ਨਾਰਾਜ਼ਗੀ ਪ੍ਰਗਟ ਕਰਨੀ ਹੈ? ਇਹ ਸਾਡੇ ਇਤਿਹਾਸ ਦੇ ਵਿੱਚ ਹੈ। ਸਾਡੇ ਇਤਿਹਾਸ ਦੇ ਵਿੱਚ ਕੀ ਹੈ ਕਿ ਜਿਸ ਵੇਲੇ ਕੋਈ ਐਸਾ ਆਦਮੀ ਆਉਂਦਾ ਸੀ, ਜਿਵੇਂ ਲੱਖੂ ਆਇਆ ਜਾਂ ਜਿਵੇਂ ਕੋਈ ਜ਼ਕਰੀਆ ਆਇਆ, ਤਾਂ ਫਿਰ ਸਿੰਘ ਇਕੱਠੇ ਹੋ ਕੇ ਉਸ ਦੇ ਵੱਲ ਨੁਕਦਾ ਸਿੱਟਦੇ ਸਨ। ਕੀ ਹੁੰਦਾ ਸੀਗਾ, ਕਈ ਵਾਰੀ ਤਾਂ ਇਹ ਹੁੰਦਾ ਸੀ ਕਿ ਜਿਸ ਤਰ੍ਹਾਂ ਤੁਸੀਂ ਭੰਗ ਵਗੈਰਾ ਘੋਟਦੇ ਸਨ, ਕਿਉਂਕਿ ਉਹ ਜੰਗਲਾਂ ਦੇ ਵਿੱਚ ਰਹਿੰਦੇ ਸਨ ਤੇ ਤਲਵਾਰਾਂ ਦੇ ਫੱਟ ਉਸ ਤਰ੍ਹਾਂ ਨਹੀਂ ਸੀ ਸਹਿ ਜਾਂਦੇ ਨਸ਼ੇ ਤੋਂ ਬਿਨਾਂ। ਸੋ ਉਹ ਕਿਸੇ ਕਾਰਨ ਉਹਨਾਂ ਨੂੰ ਉਹ ਬਣਾਉਣਾ ਪੈਂਦਾ ਸੀ। ਤਾਂ ਉਸ ਦੇ ਵਿੱਚ ਜਿਹੜਾ ਫੋਕ ਰਹਿ ਜਾਂਦਾ ਸੀਗਾ, ਸਾਰਾ ਕੁਝ ਨਿਚੋੜ ਕੇ ਉਸ ਨੂੰ ਨੁਕਦਾ ਬਣਾ ਕੇ, ਬੌਲ ਬਣਾ ਕੇ, ਤੇ ਜਿਸ ਪਾਸੇ ਵੱਲ ਉਹ ਬੰਦਾ ਹੁੰਦਾ ਸੀ ਉਸ ਦੇ ਬਰਖਲਾਫ ਸੁੱਟ ਦਿੰਦੇ ਸਨ ਕਿ ਇਸ ਦੇ ਉੱਤੇ ਨੁਕਦਾ ਦਾਗਿਆ ਗਿਆ। ਜਿਹੜਾ ਕੋਈ ਜ਼ਿਆਦਾ ਔਖਾ ਹੁੰਦਾ ਸੀਗਾ ਜਾਂ ਜਿਹੜਾ ਕੋਈ ਜ਼ਿਆਦਾ ਜ਼ਾਲਮ ਹੁੰਦਾ ਸੀ, ਉਸ ਵੱਲ ਦੁਗਾੜਾ ਵੀ ਛੱਡ ਦੋ ਨੁਕਦੇ ਵੀ ਉਸ ਵੱਲ ਸੁੱਟ ਦਿੰਦੇ ਸਨ ਇਕੱਠੇ। ਇਸ ਦਾ ਮਤਲਬ ਹੁੰਦਾ ਸੀ ਕਿ ਸਿੱਖ ਕੌਮ, ਇਹ ਜਿਹੜਾ ਇੱਕ ਜਥਾ ਹੈ ਜਿਹੜਾ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਹੈ, ਇਹ ਇਸ ਨੂੰ ਡਿਸਅਪਰੂਵ ਕਰਦਾ ਹੈ। ਇਹ ਮੰਡ ਦੇ ਵਿੱਚ ਸਿਆਣਪ ਹੁੰਦੀ, ਜੇ ਉਹ ਜਾਣਦਾ ਹੁੰਦਾ ਕਿ ਸਾਡੇ ਪੰਥ ਦੀ ਰੀਤ ਕੀ ਹੈ, ਤਾਂ ਉਸ ਨੂੰ ਚਾਹੀਦਾ ਸੀਗਾ ਕਿ ਉਹ ਪਿੰਡ ਪਿੰਡ ਜਾਂਦਾ, ਲੋਕਾਂ ਨੂੰ ਕਹਿੰਦਾ ਕਿ ਆਟੇ ਦੇ ਸੂਟ ਦੇ ਨੁਕਦੇ ਬਣਾ ਕੇ ਤੁਸੀਂ ਇਹਦੇ ਵੱਲ ਦਾਗੋ, ਜਾਂ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਇਸ ਬੰਦੇ ਨੂੰ ਕੱਢੋ ਜਿਹੜਾ ਕਿ ਪੰਥ ਦਾ ਬੁਰਾ ਚਾਹੁੰਦਾ ਹੈ, ਜਿਹੜਾ ਕਿ ਪੰਥ ਦੇ ਸੰਸਥਾਵਾਂ ਦੇ ਉੱਤੇ ਉਸ ਦੇ ਅਨੁਸਾਰ ਕਬਜ਼ਾ ਕਰਨਾ ਚਾਹੁੰਦਾ, ਜੋ ਮੰਡ ਨੇ ਸੋਚਿਆ। ਤਾਂ ਇਸ ਦਾ ਇਹ ਥੋੜਾ ਹੈਗਾ ਕਿ ਤੁਸੀਂ ਉਸ ਨੂੰ ਬੁਲਾ ਲਓ, ਉਹਦੇ ਕੋਲੇ ਕੀ ਓਬਲੀਗੇਸ਼ਨ ਹੈ ਉਸ ਦੇ ਕੋਲੇ ਆਉਣ ਦਾ, ਤੇ ਕਿਸ ਤਰ੍ਹਾਂ ਨਾਲ ਤੁਹਾਨੂੰ ਜਥੇਦਾਰ ਪ੍ਰਵਾਨ ਕਰੇਗਾ।
ਸਿੱਧਾ ਬਹਾਨਾ ਉਹਦੇ ਕੋਲੇ ਕਿ ਜੀ ਮੈਂ ਤਾਂ ਇਹਦਾ ਜਥੇਦਾਰ ਹੀ ਨਹੀਂ ਅਸਲੀ, ਜਾਂ ਹੋਰ ਵੀ ਕਈ ਗੱਲਾਂ ਆਉਣਗੀਆਂ। ਲੇਕਿਨ ਜਿਹੜੀ ਪੰਥ ਦੀ ਰੀਤ ਹੈ ਉਸ ਨੂੰ ਕਿਉਂ ਤਿਆਗਿਆ ਮੰਡ ਨੇ? ਜੇ ਅਜੇ ਵੀ ਕੋਈ ਉਸ ਦੇ ਵਿੱਚ ਹੈ ਗੱਲਬਾਤ ਤਾਂ ਉਸ ਨੂੰ ਚਾਹੀਦਾ ਹੈ, ਜੇ ਉਹ ਜਥੇਦਾਰੀ ਕਰਨਾ ਚਾਹੁੰਦਾ ਹੈ ਤਾਂ ਉਹ ਲੋਕਾਂ ਨੂੰ ਬੇਨਤੀ ਕਰੇ, ਪਿੰਡ ਪਿੰਡ ਜਾਵੇ, ਲੋਕਾਂ ਨੂੰ ਕਵੇ ਕਿ ਇਹ ਗੱਲ ਗਲਤ ਕੀਤੀ ਹੈ ਇਸਨੇ, ਇਹ ਭਾਈ ਇਹਦੇ ਵੱਲ ਨੁਕਦਾ ਮਾਰੋ। ਨੁਕਦਾ ਬਣਾ ਕੇ ਵੀ ਅਸੀਂ ਮਾਰਦੇ ਹੁੰਦੇ ਸਾਂ। ਤੇ ਇਸ ਦਾ ਮਤਲਬ ਇਹ ਸੀਗਾ ਜਿਵੇਂ ਨਾ ਸੰਗਸਾਰ ਕਰਦੇ ਸੀ ਮੁਸਲਮਾਨੀ ਸ਼ਰ੍ਹਾ ਦੇ ਅਨੁਸਾਰ, ਤਾਂ ਸੰਗਸਾਰ ਦਾ ਮਤਲਬ ਇਹ ਸੀ ਵੀ ਜਿਹੜਾ ਪੱਥਰ ਸਿੱਟਦਾ ਸੀ ਉਹਨਾਂ ਦੇ ਨਾਲ ਅਗਰੀ ਕਰਦਾ ਸੀਗਾ ਕਿ ਹਾਂ ਇਸ ਨੂੰ ਸਜ਼ਾਏ ਮੌਤ ਦੇਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਵੀ ਲੋਕਾਂ ਨੂੰ ਇਸ ਦੇ ਨਾਲੋਂ ਟੁੱਟ ਜਾਣਾ ਚਾਹੀਦਾ ਹੈ। ਇਹ ਨੁਕਦਾ ਉਹਦੇ ਵੱਲ ਸੁੱਟਣਾ ਸੀ ਇਸਨੇ, ਇਹ ਸੀ ਸਾਡੀ ਰੀਤ। ਇਹ ਕਿੱਥੋਂ ਲੈ ਕੇ ਆ ਗਿਆ ਕਿ ਜੀ ਇਸ ਨੂੰ ਹੁਣ ਅਸੀਂ ਛੇਕ ਦਿਆਂਗੇ ਪੰਥ ਦੇ ਵਿੱਚੋਂ, ਇਹਨੂੰ ਕੋਈ ਉਹ ਪੰਥ ਦੇ ਵਿੱਚ ਹੈ ਹੀ ਨਹੀਂ, ਉਹਨੂੰ ਕੀ ਛੇਕ ਦਿਓਗੇ ਤੁਸੀਂ ਪੰਥ ਦੇ ਵਿੱਚੋਂ? ਇਸ ਨੇ ਕੋਈ ਬੁਲਾਵੇ ਨਾ ਗੁਰਦੁਆਰਿਆਂ ਦੇ ਵਿੱਚ, ਉਹ ਤਾਂ ਵੜਦਾ ਹੀ ਨਹੀਂ ਗੁਰਦੁਆਰੇ। ਇਹ ਗੱਲਾਂ ਹਨਗੀਆਂ ਹਾਸੋਹੀਣੀਆਂ, ਸਾਨੂੰ ਸਾਡੀ ਇਸ ਪੰਥ ਨੂੰ ਹਾਸੋਹੀਣਾ ਬਣਾ ਰਹੇ ਨੇ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਮੁਤਵਾਜੀ ਵੀ ਤੇ ਦੂਸਰੇ ਵੀ। ਪਤਾ ਨਹੀਂ ਲੱਗਦਾ ਕਿਹੜੇ ਪਾਸੇ ਜਾਈਏ, ਕਿਹਨੂੰ ਮੰਨੀਏ ਕਿਹਨੂੰ ਨਾ ਮੰਨੀਏ। ਸਰਦਾਰ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਜਿੰਨੀਆਂ ਆਪਾਂ ਸਮੱਸਿਆਵਾਂ ਤੇ ਗੱਲ ਕੀਤੀ, ਜਿੰਨੇ ਸਵਾਲ ਉੱਭਰ ਕੇ ਸਾਹਮਣੇ ਆਏ, ਜਾਂ ਜੋ ਕੁਝ ਚਿੰਤਾ ਜਿਹੜੀ ਆ ਉਹ ਪੰਥਕ ਮਸਲਿਆਂ ਨੂੰ ਲੈ ਕੇ ਬਣੀ ਰਹਿੰਦੀ ਆ, ਕੀ ਇਹ ਸਮਝ ਲਿਆ ਜਾਵੇ ਕਿ ਜਿਵੇਂ ਹੁਣ ਤੁਸੀਂ ਹੋ ਗਏ, ਵਿਦਵਾਨ ਲੋਕ ਜਿੰਨੇ ਨੇ ਉਹ ਲਗਾਤਾਰ ਗੱਲ ਕਰਦੇ ਰਹਿੰਦੇ ਨੇ, ਕੀ ਅਸੀਂ ਇਹ ਕਹਿ ਕੇ ਪੱਲਾ ਛਡਾ ਸਕਦੇ ਹਾਂ, ਪੱਲਾ ਝਾੜ ਸਕਦੇ ਹਾਂ ਕਿ RSS ਜਾਂ ਭਗਵਾਵਾਦੀ ਜਾਂ ਹੋਰ ਰਾਸ਼ਟਰਵਾਦੀ ਕੋਈ ਇਹੋ ਜਿਹੇ ਤੱਤ ਜਿਹੜੇ ਨੇ ਉਹ ਸਾਡੇ ਵਿੱਚ ਆ ਕੇ, ਸਿੱਖ ਪੰਥ ਵਿੱਚ ਆ ਕੇ ਸ਼ਾਮਲ ਹੋ ਚੁੱਕੇ ਨੇ, ਜਿਹੜੇ ਢਾਹ ਲਾਉਂਦੇ ਨੇ, ਜਾਂ ਫਿਰ ਇਹ ਤੋਂ ਪੱਲਾ ਛਡਾਉਣ ਦੀ ਥਾਂ ਤੇ ਅਸੀਂ ਕੁਝ ਹੋਰ ਨਵੇਂ ਨਵੇਕਲੇ ਕਦਮਾਂ ਵਾਲੇ ਪਾਸੇ ਤੁਰੀਏ, ਕੋਈ ਨਵੇਕਲੀ ਗੱਲ ਕਰੀਏ ਜਿਹਦੇ ਨਾਲ ਇਹਨਾਂ ਮਸਲਿਆਂ ਦਾ ਹੱਲ ਵੀ ਹੋ ਸਕੇ, ਬਜਾਏ ਇਸ ਦੇ ਕਿ ਅਸੀਂ ਟਕਰਾਅ ਵਾਲੇ ਪਾਸੇ ਤੁਰੀਏ? ਤੇ ਦੂਜਾ ਇਹ ਕਿ ਲੋਕ ਪ੍ਰਵਾਨਿਤ ਕਿਉਂ ਨਹੀਂ ਕਰਦੇ, ਜਦੋਂ ਵਾਰ-ਵਾਰ ਇਹੀ ਗੱਲ ਹੁੰਦੀ ਹੈ ਕਿ ਜੀ ਸ਼੍ਰੋਮਣੀ ਕਮੇਟੀ ਦੇ ਬਾਦਲ ਕਾਬਜ਼ ਨੇ, ਜਾਂ ਬਾਦਲ ਜਿਹੜੇ ਨੇ ਉਹ RSS ਦੇ ਪ੍ਰਭਾਵ ਅਧੀਨ ਨੇ, ਅਕਾਲੀ ਦਲ ਜਿਹੜਾ ਉਹ ਆਪਣੇ ਪੰਥਕ ਜਿਹੜੀਆਂ ਵਕਾਰ ਹੈ ਉਹ ਤੋਂ ਪਿੱਛੇ ਹਟ ਚੁੱਕੇ, ਇਹ ਸਾਰੇ ਸਵਾਲ ਲਗਾਤਾਰ ਉੱਠਦੇ ਨੇ। ਤਾਂ ਫਿਰ ਜਿਹੜੀਆਂ ਦੂਜੀਆਂ ਧਿਰਾਂ ਨੇ ਜਿਹੜੀਆਂ ਇਹ ਸਵਾਲ ਚੁੱਕਦੀਆਂ ਨੇ, ਉਹ ਪ੍ਰਵਾਨਿਤ ਕਿਉਂ ਨਹੀਂ ਹੋ ਸਕੀਆਂ? ਇਹਦਾ ਕੀ ਕਾਰਨ ਮੰਨਿਆ ਜਾਵੇ? ਪਹਿਲੀ ਗੱਲ ਤਾਂ ਤੁਸੀਂ ਜਿਹੜੀ ਕਹੀ ਹੈ ਕਿ ਜੀ ਕੀ ਇਸ ਦਾ ਕੋਈ ਹੋਰ ਕੋਈ ਬਦਲ ਹੈ, ਦੇਖੋ ਬਦਲ ਹੈ, ਬਦਲ ਆਪਣੇ ਮਨ ਦੇ ਵਿੱਚ ਆਉਣਾ ਹੈ। ਇਹ ਜਿਹੜੀ ਇਹ ਪੋਜੀਸ਼ਨ ਹੈ ਨਾ ਕਿ ਜੀ ਬਹੁਤ ਘੱਟ ਲੋਕਾਂ ਨੂੰ ਇਸ ਵੇਲੇ ਪਤਾ ਹੈ ਸਿੱਖੀ ਦੇ ਅਸੂਲਾਂ ਦਾ, ਇਹ ਬਹੁਤ ਵਾਰੀ ਸੰਸਾਰ ਦੇ ਵਿੱਚ ਇਸ ਤਰ੍ਹਾਂ ਹੀ ਰਹੀ ਹੈ। ਕਈ ਵਾਰੀ ਤਾਂ ਸਾਡੀ ਗਿਣਤੀ ਵੀ ਇੰਨੀ ਘਟ ਗਈ ਸੀ ਕਿ ਕੋਈ ਰਿਹਾ ਹੀ ਨਹੀਂ ਸੀ, ਸਿਰਫ ਉਹ ਆਪਣੇ 2 ਸਿੰਘ ਹੀ ਰਹਿ ਗਏ ਸਨ ਜਿਹੜੇ ਕਿ ਪੰਥ ਦੇ ਇੱਕ ਵਾਰਿਸ ਅਖਵਾ ਸਕਦੇ ਸਨ। ਸੋ ਇਹ ਸਾਡੀ ਟ੍ਰੈਜਡੀ ਰਹੀ ਹੈ, ਲੇਕਿਨ ਅਸੀਂ ਹਰ ਵਾਰੀ ਇਸ ਨੂੰ ਓਵਰਕਮ ਕੀਤਾ ਕਿਉਂਕਿ ਇਹ ਜਿਹੜਾ ਪੰਥ ਹੈ ਗੁਰੂ ਅਕਾਲ ਪੁਰਖ ਦਾ ਪੰਥ ਹੈ, ਔਰ ਅਕਾਲ ਪੁਰਖ ਦੇ ਪੰਥ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਸੰਕਟ ਨਹੀਂ ਆ ਸਕਦਾ ਕਿ ਇਸ ਦੇ ਕੋਲੇ ਕੋਈ ਹੋਰ ਆਲਟਰਨੇਟਿਵ ਨਾ ਹੋਵੇ। ਸਿੱਖ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਅਸਲੀ ਸਿੱਖੀ ਆ ਹੈਗੀ, ਔਰ ਉਸ ਦੇ ਉੱਤੇ ਸਿੱਖੀ ਦੇ ਸਰੋਕਾਰਾਂ ਦੇ ਅਨੁਸਾਰ ਲੋਕ ਰਾਜੀ ਸੰਸਥਾਵਾਂ ਉਸਾਰਨ ਦੀ ਲੋੜ ਹੈ। ਇੱਕ ਤਾਂ ਸਾਨੂੰ ਪਾਰਟੀ ਚਾਹੀਦੀ ਹੈ, ਪੋਲੀਟੀਕਲ ਪਾਰਟੀ ਜਿਹੜੀ ਲੋਕ ਰਾਜੀ ਅਸੂਲਾਂ ਦੇ ਉੱਤੇ ਉਸਾਰੀ ਗਈ ਹੋਵੇ। ਜਿਵੇਂ ਕਿ ਹੁਣ ਇਹ ਲੋਕ ਰਾਜੀ ਅਸੂਲ ਨਹੀਂ ਹੈ ਕਿ ਇੱਕ ਆਦਮੀ ਨੇ ਟਿਕਟਾਂ ਦੇ ਦਿੱਤੀਆਂ, ਸਾਰਿਆਂ ਨੇ ਵੋਟਾਂ ਪਾ ਦਿੱਤੀਆਂ ਤਾਂ ਬੰਦਾ ਤਾਂ ਉਹਨਾਂ ਦੀ ਭੇਡ ਹੋ ਗਿਆ ਜਿਨ੍ਹਾਂ ਨੇ ਟਿਕਟਾਂ ਦਿੱਤੀਆਂ। ਉਹ ਲੋਕ ਰਾਜ ਦੀ ਕੀ ਰੱਖਿਆ ਕਰੇਗਾ ਔਰ ਕਿਵੇਂ ਲੋਕ ਰਾਜ ਦਾ ਉਹ ਥੰਮ ਬਣ ਜਾਏਗਾ? ਤੋ ਇਹ ਜਿਹੜੀ ਲੋਕ ਰਾਜੀ ਪਾਰਟੀ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਗੁਰਮਤੇ ਦੀ ਅਕਲ ਦਿੱਤੀ ਹੈ ਕਿ ਗੁਰਮਤਾ ਜਿਹੜਾ ਹੈਗਾ, ਗੁਰਮਤੇ ਦੇ ਰਾਹੀਂ ਅਸੀਂ ਸਾਰੇ ਆਪਣੇ ਆਪ ਦੇ ਉੱਤੇ ਰਾਜ ਕਰਦੇ ਹਾਂ। ਜਿਸ ਤਰ੍ਹਾਂ ਸਵਿਟਜ਼ਰਲੈਂਡ ਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਉਹਦੇ 3-2.5 ਕੈਂਟਨ ਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਚੱਲਦੀ ਹੈ। ਉਹ ਲੋਕ ਐਤਵਾਰ ਨੂੰ ਆ ਜਾਂਦੇ ਆ, ਉੱਥੇ ਬੈਠਦੇ ਨੇ ਸਟੇਡੀਅਮ ਦੇ ਵਿੱਚ ਤੇ ਆਪਣੇ ਕਾਨੂੰਨ ਆਪੇ ਪਾਸ ਕਰ ਲੈਂਦੇ ਆ। ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਆਪਣੇ ਪਿੰਡ ਆਪਣੇ ਕਾਨੂੰਨ ਆਪੇ ਪਾਸ ਕਰ ਸਕਦੇ ਹਾਂ, ਜਿਸ ਤਰ੍ਹਾਂ ਹਰਮਿੰਦਰ ਸੰਧੂ ਨੇ ਸ਼ੁਰੂ ਕੀਤਾ ਸੀਗਾ, ਜਾਂ ਜਿਸ ਤਰ੍ਹਾਂ ਕਈ ਵਾਰੀ ਸਾਡੇ ਇਤਿਹਾਸ ਦੇ ਵਿੱਚ ਅੱਜ ਤੱਕ ਕਈ ਵਾਰੀ ਇਹ ਚੀਜ਼ ਹੋ ਚੁੱਕੀ ਹੈ। ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਵੀ ਜਿਹੜੀਆਂ ਸਨ ਪੰਚਾਇਤਾਂ ਉਹ ਰਿਵਾਈਵ ਹੋਈਆਂ ਸਨ।
ਇਸ ਇਸ ਤਰ੍ਹਾਂ ਦੀਆਂ ਸੰਸਥਾਵਾਂ ਰਿਵਾਈਵ ਹੋ ਸਕਦੀਆਂ, ਪੋਲੀਟੀਕਲ ਪਾਰਟੀਆਂ ਬਣ ਸਕਦੀਆਂ ਜਿੰਨੀਆਂ ਕਿ ਲੋਕ ਰਾਜੀ ਅਸੂਲਾਂ ਦੇ ਉੱਤੇ ਆਧਾਰਿਤ ਹੋਣ। ਜਿਹੜਾ ਤੁਸੀਂ ਕਹਿੰਦੇ ਹੋ ਕਿ ਜੀ ਇਹ ਜਿਹੜੇ ਇਹਨਾਂ ਨੂੰ ਲੋਕ ਮੰਨਦੇ ਕਿਉਂ ਹੈ ਫਿਰ ਜੇ ਇਹ ਇੰਨੇ ਹੀ ਮਾੜੇ ਹਨਗੇ? ਲੋਕਾਂ ਦੇ ਕੋਲੇ ਕੋਈ ਚੁਆਇਸ ਨਹੀਂ ਹੁੰਦੀ। ਲੋਕਾਂ ਨੂੰ ਤੁਸੀਂ ਕੋਈ ਆਪਣਾ, ਜਾਂ ਤਾਂ ਲੋਕ ਆਪਣੇ ਆਪ ਉੱਠਣ, ਔਰ ਜਦੋਂ ਉਹ ਲੋਕ ਉੱਠਦੇ ਨੇ ਫਿਰ ਉਹ ਹੜ੍ਹ ਆ ਜਾਂਦਾ ਹੈ, ਫਿਰ ਉਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਫਿਰ ਉਹ ਉਸ ਦੇ ਵਿੱਚੋਂ ਹੋਰ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਨੇ, ਜਿਵੇਂ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਹੋਏ, ਜਿਵੇਂ ਰਸ਼ੀਅਨ ਰੈਵੋਲੂਸ਼ਨ ਦੇ ਵਿੱਚ ਹੋਏ, ਜਿਵੇਂ ਚਾਈਨੀਜ਼ ਰੈਵੋਲੂਸ਼ਨ ਦੇ ਵਿੱਚ ਹੋਏ। ਲੱਖਾਂ ਲੋਕਾਂ ਦਾ ਘਾਣ ਹੋ ਗਿਆ। ਉਹ ਵੀ ਤਰੀਕਾ ਅਸੀਂ ਨਹੀਂ ਅਪਣਾ ਸਕਦੇ। ਸੋ ਇਸ ਦੇ ਵਿੱਚ ਵਿਚਾਲੇ ਸਾਨੂੰ ਇਹ ਇੱਕ ਲੋਕ ਰਾਜੀ ਅਸੂਲਾਂ ਦੇ ਉੱਤੇ ਪਾਰਟੀਆਂ ਬਣਾਉਣੀਆਂ ਪੈਣਗੀਆਂ। ਔਰ ਉਹ ਪਾਰਟੀਆਂ, ਜਿਹੜਾ ਤੁਸੀਂ ਗੱਲ ਕਰਦੇ ਹੋ, ਸਾਰੇ ਹੀ ਗੱਲ ਕਰਦੇ ਆ ਕਿ ਜੀ ਇਹ ਇੱਥੇ RSS ਦਾ ਕਬਜ਼ਾ ਹੋ ਗਿਆ, ਇਹਨਾਂ ਦਾ ਅਸਲ ਹੁਣ ਉਹ ਅਸੂਲ ਤਾਂ ਉਹਨਾਂ ਦੇ ਤੁਸੀਂ ਪ੍ਰਵਾਨ ਕਰੀ ਜਾਂਦੇ ਹੋ। ਜੇ ਸਾਨੂੰ ਪਤਾ ਹੈ ਕਿ ਸਾਡਾ ਰੰਗ ਨਿਸ਼ਾਨ ਸਾਹਿਬ ਦਾ ਪੀਲਾ ਸੀ, ਸਰੋਂ ਫੁੱਲਾ ਸੀ, ਇਸ ਨੂੰ ਅਸੀਂ ਕੇਸਰੀ ਕਹਿੰਦੇ ਸਾਂ, ਇਹਨਾਂ ਨੇ ਭਗਵਾ ਕਰਤਾ ਹੈ। ਤਾਂ ਇਹ ਸਿਆਸਤ ਦੀ ਲੋੜ ਹੈ। ਉਹ ਸਿਆਸਤ ਦੀ ਲੋੜ ਹੈ ਜਿਹੜੀ ਸਿਆਸਤ ਕਿਸੇ ਨੂੰ ਮੱਥਾ ਟੇਕ ਕੇ ਆਪ ਕੁਰਸੀ ਤੇ ਬੈਠਦੀ ਹੈ, 100 ਜ਼ਿਲ੍ਹਤਾਂ ਸਹਾਰ ਕੇ ਇੱਜ਼ਤਦਾਰ ਬਣਦੀ ਹੈ। ਉਸ ਸਿਆਸਤ ਦੀ ਲੋੜ ਹੈ ਸਾਨੂੰ। ਇਸ ਸਿਆਸਤ ਦੀ ਆਪਣੇ ਲੋਕਾਂ ਨੂੰ, ਆਮ ਲੋਕਾਂ ਨੂੰ, ਤੁਹਾਨੂੰ ਮੈਨੂੰ ਕੀ ਲੋੜ ਹੈ? ਅਸੀਂ ਇਹ ਪ੍ਰਚਾਰ ਸਕਦੇ ਹਾਂ। ਔਰ ਸਾਡੇ ਜਿਹੜੇ ਅਸਲੀ ਪ੍ਰਚਾਰਕ ਹਨਗੇ ਉਹਨਾਂ ਨੂੰ ਇਸ ਦੇ ਉੱਤੇ ਬੜਾ ਜ਼ੋਰ ਲਾਉਣਾ ਚਾਹੀਦਾ ਹੈ ਕਿ ਜਿਹੜੀ ਇਹ ਸ਼ਹਿਨਸ਼ਾਹੀ ਹੈ ਅਕਾਲ ਪੁਰਖ ਦੀ ਹੈ, ਇਹ ਜਿਹੜੀ ਧਰਤੀ ਹੈ ਸਾਰੀ ਇਹ ਸਾਧ ਦੀ ਹੈ, ਅਕਾਲ ਪੁਰਖ ਦੀ ਹੈ। ਇਸ ਦੇ ਉੱਤੇ ਇਹਨਾਂ ਚੋਰਾਂ ਨੇ ਕਬਜ਼ੇ ਕਰ ਲਏ ਨੇ, ਇਹਨਾਂ ਕੋਲੋਂ ਕਬਜ਼ੇ ਛਡਾਉਣੇ ਨੇ, ਚਾਹੇ ਸ਼੍ਰੋਮਣੀ ਕਮੇਟੀ, ਚਾਹੇ ਪੰਜਾਬ ਹੈ, ਚਾਹੇ ਉਹ ਪਿੰਡ ਹੈ, ਚਾਹੇ ਉਹ ਜ਼ਿਲ੍ਹਾ ਹੈ, ਚਾਹੇ ਉਹ ਟਿਕਟਾਂ ਦਾ ਵੰਡਣ ਦਾ ਮਸਲਾ, ਚਾਹੇ ਕੋਈ ਵੀ ਮਸਲਾ ਹੈ। ਔਰ ਅਕਾਲ ਪੁਰਖ ਦੇ ਰਾਹ ਦੇ ਉੱਤੇ ਮੁੜ ਕੇ ਇਹਨਾਂ ਨੂੰ ਲਿਆਉਣਾ ਹੈ, ਜਿਸ ਦੇ ਵਿੱਚ ਹਰ ਇੱਕ ਬੰਦਾ ਸ਼ਾਹ ਦੁਨੀਆ ਦਾ, ਹਰ ਇੱਕ ਤੀਵੀਂ ਰਾਣੀ ਹੋਵੇ। ਇਹ ਅਸੂਲ ਦੇ ਉੱਤੇ ਅਸੀਂ ਜਿੰਨਾ ਵੀ ਇਹਦੇ ਨੇੜੇ ਆ ਸਕਦੇ ਹਾਂ ਉਹਨਾਂ ਨੇੜੇ ਆ ਕੇ ਗੱਲ ਕਰਨੀ ਹੈ, ਤੇ ਫਿਰ ਸਾਰਾ ਕੁਝ ਗੁਰੂ ਕਰੇਗਾ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਜਾਵਾਂਗੇ। ਔਰ ਸਾਰੇ ਇਹ ਜਿਹੜੇ ਦੁੱਖ ਦਰਦ ਹਨਗੇ ਇਹ ਭੁੱਲ ਜਾਣਗੇ, ਤੇ ਜਿਹੜੀਆਂ ਇਹਨਾਂ ਦੇ ਕਬਜ਼ੇ ਹਨਗੇ, RSS ਦੇ ਹੋਣ, ਕਿਸੇ ਦੇ ਹੋਣ, ਸਾਡਾ ਸਰੀਰ ਸਿਰਫ ਅਕਾਲ ਪੁਰਖ ਦਾ ਹੈ। ਅਸੀਂ ਕਿਸੇ ਦੇ ਚੇਲੇ ਨਹੀਂ, ਅਸੀਂ ਕਿਸੇ ਸਾਧ ਦੇ ਫਾਲੋਅਰ ਨਹੀਂ, ਕੁਛ ਨਹੀਂ। ਅਸੀਂ ਸਿਰਫ ਗੁਰੂ ਅਕਾਲ ਪੁਰਖ ਨੂੰ ਮੰਨਦੇ ਹਾਂ। ਔਰ ਉਸ ਨੇ ਕਿਹਾ ਹੈ ਕਿ ਤੁਸੀਂ ਆਜ਼ਾਦ ਰਹੋ, ਤੇ ਤੁਸੀਂ ਆਪਣੀ ਹਸਤੀ ਨੂੰ ਕਾਇਮ ਰੱਖੋ, ਤੇ ਤੁਸੀਂ ਸੰਸਾਰ ਦੀ ਸੇਵਾ ਕਰੋ ਬੜੇ ਪਿਆਰ ਦੇ ਨਾਲ, ਕਿਉਂਕਿ ਉਸ ਨੇ ਸਾਰੇ ਸੰਸਾਰ ਨੂੰ ਪਿਆਰ ਕੀਤਾ, ਹਰ ਮਨੁੱਖ ਨੂੰ ਪਿਆਰ ਕਰਦਾ ਹੈ। ਜਿਹੜੀ ਸਾਡੇ ਆਪਸ ਦੇ ਵਿੱਚ ਰਿਸ਼ਤੇ ਹੋਣੇ ਚਾਹੀਦੇ, ਉਹ ਪਿਆਰ ਦੇ ਰਿਸ਼ਤੇ ਹੋਣੇ ਚਾਹੀਦੇ ਆ, ਨਾ ਕਿ ਨਫ਼ਰਤ ਦੇ ਰਿਸ਼ਤੇ। ਸਾੜ ਦਿਓ, ਫੂਕ ਦਿਓ, ਛੇਕ ਦਿਓ, ਇਸ ਨੂੰ ਪ੍ਰਚਾਰ ਨਾ ਕਰਨ ਦਿਓ, ਇਸ ਨੂੰ ਧੁੰਦੇ ਨੂੰ ਥੱਲੇ ਲਾ ਲਓ, ਉਸ ਨੂੰ ਉੱਤੇ ਚੜਾ ਦਿਓ, ਆਹ ਕਰ ਦਿਓ, ਉਹ ਕਰ ਦਿਓ, ਇਸ ਨੂੰ ਗੋਲੀ ਮਾਰ ਦਿਓ, ਇਹ ਛਬੀਲਾਂ ਲਾ ਲਓ। ਇਹ ਸਾਡੇ ਅਸੂਲ ਨਹੀਂ ਹਨ, ਇਹ ਸਿੱਖੀ ਦੇ ਅਸੂਲ ਨਹੀਂ ਹਨ। ਇਹ ਉਹਨਾਂ ਲੋਕਾਂ ਦੇ ਅਸੂਲ ਹਨਗੇ ਜਿਹੜੇ ਸੰਸਾਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ, ਸਾਡੀਆਂ ਦੇਹਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ। ਤੇ ਸਾਡੀਆਂ ਦੇਹਾਂ ਸੁਤੰਤਰ ਰਹਿਣਗੀਆਂ। ਅਕਾਲ ਪੁਰਖ ਦਾ ਹੁਕਮ ਹੈ, ਅਸੀਂ ਇਸ ਨੂੰ ਮੰਨਣਾ ਹੈ। ਸ਼ੁਕਰੀਆ, ਧੰਨਵਾਦ ਤੁਹਾਡਾ ਸਰਦਾਰ ਸਾਹਿਬ। ਤੁਹਾਡਾ ਵੀ ਧੰਨਵਾਦ ਸੁਖਵਿੰਦਰ ਜੀ। ਆਈਏ ਸਰਦਾਰ ਗੁਰਤੇਜ ਸਿੰਘ ਜੀ, ਪੰਥਕ ਮਸਲਿਆਂ ਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।